ਦੁਨੀਆ ਭਰ ਵਿੱਚ ਲੋਟਸ ਟੀਵੀ ਦੇਖਦੇ ਮੇਰੇ ਸੂਝਵਾਨ ਦਰਸ਼ਕਾਂ ਨੂੰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਨਮੋ ਬੁੱਧਾ, ਜੈ ਭੀਮ, ਜੈ ਪ੍ਰਬੁੱਧ ਭਾਰਤ। ਲੋਟਸ ਟੀਵੀ ਜੋ ਕਿ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦਾ ਮੀਡੀਆ ਵਿੰਗ ਹੈ ਤੇ ਜਿਸ ਨੂੰ ਆਪ ਸਕਾਈ ਚੈਨਲ 772 ਤੇ ਦੇਖ ਰਹੇ ਹੋ। ਇਹ ਪ੍ਰੋਗਰਾਮ ਹਰ ਸੰਡੇ ਸ਼ਾਮ ਨੂੰ 6 ਤੋਂ ਲੈ ਕੇ 7 ਵਜੇ ਤੱਕ ਪੇਸ਼ ਕੀਤਾ ਜਾਂਦਾ ਹੈ ਤੇ ਉਹੀ ਪ੍ਰੋਗਰਾਮ ਅਸੀਂ ਬੁੱਧਵਾਰ ਨੂੰ ਦੁਪਹਿਰੇ 2 ਤੋਂ ਲੈ ਕੇ 3 ਵਜੇ ਤੱਕ ਪੇਸ਼ ਕੀਤਾ ਜਾਂਦਾ ਹੈ। आप सारी दुनिया ਵਿੱਚ भी ਇਹ ਚੈਨਲ ਦੇਖ ਸਕਦੇ ਹੋ ਤੇ ਜਸਟ ਲੌਗ ਔਨ kanchitv.co.uk। ਵੈਸੇ ਤੁਸੀਂ ਇਸ ਨੂੰ YouTube ਦੇ ਚੈਨਲ ਤੇ ਉੱਤੇ ਵੀ ਦੇਖ ਸਕਦੇ ਹੋ। ਜਸਟ ਸਰਚ ਫॉर ਧੰਨ ਭੀਮਾ ਧੰਨ। ਸੁਣ ਲਾ ਰਤੂ ਦੇ ਲਿਖੇ ਗੀਤ ਦਾ ਮੁਖੜਾ ਜੋ ਹੈ ਧੰਨ ਭੀਮਾ ਧੰਨ, ਉਹਦੇ ਤੇ ਸਰਚ ਕਰਕੇ ਆਪ ਸਾਡੇ ਸਾਰੇ ਪ੍ਰੋਗਰਾਮ ਦੇਖ ਸਕਦੇ ਹੋ। ਤੇ ਜਸਟ ਆਪ ਸਭ ਨੂੰ ਬੇਨਤੀ ਹੈ ਕਿ ਆਪਣੇ ਦੋਸਤਾਂ, ਆਪਣੇ ਮਿੱਤਰਾਂ ਨੂੰ ਪ੍ਰੋਗਰਾਮ ਦੇਖਣ ਲਈ ਤੇ ਪ੍ਰੋਗਰਾਮ ਦੀ ਸਾਥ ਤੇ ਸਹਿਯੋਗ ਦੇਣ ਦੇ ਲਈ ਜ਼ਰੂਰ ਪ੍ਰੇਰਿਤ ਰਹੋ। ਅਗਰ ਆਪ ਕਿਸੇ ਤਰ੍ਹਾਂ ਦੀ ਫਾਈਨੈਂਸ਼ੀਅਲ ਹੈਲਪ ਸਾਡੀ ਕਰਨੀ ਚਾਹੋ ਤਾਂ ਜੋ ਵੀ ਟੀਵੀ ਦੇ ਉੱਤੇ ਇਨਫੋਰਮੇਸ਼ਨ ਚੱਲ ਰਹੀ ਹੈ ਉਸ ਨੂੰ ਫੋਲੋ ਕਰੋ। ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਇਸ ਕੁਝ ਅੱਜ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਵੱਲੋਂ ਕੁਝ ਇਨਫੋਰਮੇਸ਼ਨ ਹਨ ਜੋ ਆਪ ਜੀ ਦੇ ਨਾਲ ਸਾਂਝੀ ਕਰਨੀਆਂ ਬਹੁਤ ਜ਼ਰੂਰੀ ਹਨ। ਪਿਛਲੇ ਹਫ਼ਤੇ ਇੱਕ ਸਾਡੇ ਸੂਝਵਾਨ ਪ੍ਰੈਜ਼ੈਂਟਰ ਤੇ ਸੂਝਵਾਨ ਗੈਸਟ ਤਰਸੇਮ ਕੌਰ ਅਤੇ ਬਿਸ਼ਨਦਾਸ ਬੈਂਸ ਜੀ ਉਹਨਾਂ ਨੇ ਪ੍ਰੋਗਰਾਮ ਕੀਤਾ ਸੀਗਾ। ਸਾਡੇ ਬੜੇ ਹੀ ਸਤਿਕਾਰਯੋਗ ਬਹੁਜਨ ਸਮਾਜ ਦੇ ਬਹੁਤ ਹੀ ਜਾਣੀ ਪਹਿਚਾਣੀ ਸ਼ਖਸੀਅਤ ਮਾਨਯੋਗ ਲਾਹੌਰੀ ਰਾਮ ਬਾਲੀ ਜੀ ਨੂੰ ਸ਼ਰਧਾਂਜਲੀਆਂ ਦਿੰਦੇ ਹੋਏ ਉਹਨਾਂ ਨੇ ਪ੍ਰੋਗਰਾਮ ਪੇਸ਼ ਕੀਤਾ ਸੀ। ਲਾਹੌਰੀ ਰਾਮ ਬਾਲੀ ਜੀ ਦੇ ਵਿਛੋੜੇ ਨਾਲ ਬਾਬਾ ਸਾਹਿਬ ਦੇ ਮਿਸ਼ਨ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਅਸੀਂ ਸਾਰੀ ਟੀਮ ਲੋਟਸ ਟੀਵੀ ਦੀ ਉਹਨਾਂ ਨੂੰ ਕੋਟੀ ਕੋਟੀ ਨਮਨ ਕਰਦੇ ਹਾਂ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਪਿਛਲੇ ਹਫ਼ਤੇ ਲੋਟਸ ਟੀਵੀ ਦੇ ਪ੍ਰੋਗਰਾਮ ਵਿੱਚ ਲਾਹੌਰੀ ਰਾਮ ਬਾਲੀ ਜੀ ਨੂੰ ਦਰਸ਼ਕਾਂ ਨੂੰ ਲਾਈਵ ਆ ਕੇ ਸ਼ਰਧਾਂਜਲੀਆਂ ਦਿੱਤੀਆਂ। ਮੈਂ ਪ੍ਰੋਗਰਾਮ ਦੇ ਲਾਈਵ ਟੈਲੀਫੋਨ ਸੁਣ ਰਿਹਾ ਸੀ, ਕਾਫੀ ਲੰਬੀ ਲਾਈਨ ਸੀ। ਮੈਂ ਖੇਮਾ ਦਾ ਚਾਚਕ ਹਾਂ ਕਿ ਮੈਂ ਕਈ ਆਪਣੇ ਦਰਸ਼ਕਾਂ ਨੂੰ ਟਾਈਮ ਨਹੀਂ ਦੇ ਸਕਿਆ। ਸੋ ਅਸੀਂ ਇਸ ਪ੍ਰੋਗਰਾਮ ਦੀ ਲੜੀ ਦੇ ਵਿੱਚ ਅੱਜ ਦਾ ਪ੍ਰੋਗਰਾਮ ਜੋ ਵੀ ਹੈ ਆਪ ਜੀ ਨੂੰ ਬੇਨਤੀ ਹੈ ਕਿ ਅਗਰ ਆਪ ਚਾਹੋ ਤਾਂ ਲਾਹੌਰੀ ਰਾਮ ਬਾਲੀ ਜੀ ਨੂੰ ਸ਼ਰਧਾਂਜਲੀਆਂ ਪੇਸ਼ ਕਰ ਸਕਦੇ ਹੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਆਪ ਜੀ ਦਾ ਕਾਲ ਲਿਆ ਜਾਵੇ ਤੇ ਬਾਕੀ ਫੋਨ ਨੰਬਰ ਜੋ ਹੈ ਉਹ ਤੁਹਾਡੇ ਸਕਰੀਨ ਦੇ ਉੱਤੇ ਹੈ। ਤੇ ਨਾਲ ਹੀ ਇੱਕ ਹੋਰ ਇਨਫੋਰਮੇਸ਼ਨ ਹੈ, ਫੁੱਲ ਮੁੰਡੇ ਜੋ ਕਿ ਬੁੱਧ ਧਰਮ ਦੇ ਵਿੱਚ ਬੜੀ ਮਹੱਤਤਾ ਰੱਖਦਾ ਹੈ। ਅਗਲਾ ਫੁੱਲ ਮੁੰਡੇ ਜੋ ਹੈ ਉਹ 1 ਅਗਸਤ ਨੂੰ ਟਿਊਜ਼ਡੇ ਵਾਲੇ ਦਿਨ ਹੈਗਾ। ਆਪ ਸਭ ਨੂੰ ਬੇਨਤੀ ਹੈ ਕਿ ਬੁੱਧ ਵਿਹਾਰ ਸ਼ਾਮ ਨੂੰ 7 ਵਜੇ ਪ੍ਰੋਗਰਾਮ ਸ਼ੁਰੂ ਹੋਵੇਗਾ। ਸ਼ਾਮ ਨੂੰ ਜ਼ਰੂਰ ਆਉਣ ਦੀ ਕਿਰਪਾਲਤਾ ਕਰਨੀ। ਥੈਂਕ ਯੂ ਵੈਰੀ ਮੱਚ। ਤੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਮੈਂ ਸਾਡੇ ਸਟੂਡੀਓ ਦੇ ਵਿੱਚ ਆਏ ਸਾਡੇ ਮਹਿਮਾਨ ਵੈਸੇ ਤਾਂ ਇਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ, ਹਰ ਤਰ੍ਹਾਂ ਦੇ ਨਾਲ ਸਾਡਾ ਸਾਥ ਦਿੰਦੇ ਹਨ ਤੇ ਇਹਨਾਂ ਦੇ ਕੋਲ ਢੇਰ ਮਣਾਬੱਧੀ ਜਾਣਕਾਰੀ ਹੈ। ਆਓ ਅਸੀਂ ਇਹਨਾਂ ਦਾ ਸਵਾਗਤ ਕਰੀਏ। ਇਹ ਹਨ ਸਾਡੇ ਲੇਖਰਾਜ ਜੱਖੂ ਜੀ। ਜੱਖੂ ਸਾਹਿਬ, ਆਪ ਜੀ ਦਾ ਲੋਟਸ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ। ਨਮੋ ਬੁੱਧਾ, ਜੈ ਭੀਮ, ਜੈ ਪ੍ਰਬੁੱਧ ਭਾਰਤ। ਥੈਂਕ ਯੂ ਜੀ ਬਤਨ ਸਾਹਿਬ, ਥੈਂਕ ਯੂ। ਲੋਟਸ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਸੋ ਅੱਜ ਦੇ ਪ੍ਰੋਗਰਾਮ ਨੂੰ ਆਪ ਜੀ ਦੀ ਹਾਜ਼ਰੀ ਵਿੱਚ ਦੁਬਾਰਾ ਫਿਰ ਲੈ ਕੇ ਆਏ ਹਾਂ। ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਬਤਨ ਸਾਹਿਬ ਨੇ ਕੁਝ ਇਨਫੋਰਮੇਸ਼ਨਾਂ ਦਿੱਤੀਆਂ ਤੇ ਕੁਝ ਜਿਹੜੀ ਆ ਆਉਣ ਵਾਲੇ ਸਮੇਂ 'ਚ 22 ਤਰੀਕ ਦੇ ਪ੍ਰੋਗਰਾਮਾਂ ਦੀ ਜਿਹੜੀ ਹੈ ਜਾਣਕਾਰੀ ਆਪ ਜੀ ਨਾਲ ਸਾਂਝੀ ਕੀਤੀ। ਉਮੀਦ ਕਰਦੇ ਹਾਂ ਕਿ ਆਪ ਜੀ ਨੂੰ ਇਹ ਜ਼ਰੂਰ ਪਸੰਦ ਆਏਗੀ ਔਰ ਧਿਆਨ 'ਚ ਰੱਖਦੇ ਹੋਏ 22 ਤਰੀਕ ਦੇ ਪ੍ਰੋਗਰਾਮ 'ਚ ਜ਼ਰੂਰ ਸ਼ਾਮਲ ਹੋਵੋਗੇ। ਇੱਕ ਵਾਰੀ ਫਿਰ ਮੇਰੇ ਵੱਲੋਂ ਔਰ ਲੋਟਸ ਟੀਵੀ ਦੀ ਸਾਰੀ ਟੀਮ ਵੱਲੋਂ ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਥੈਂਕ ਯੂ ਵੈਰੀ ਮੱਚ। ਜਿਸ ਤਰ੍ਹਾਂ ਜੱਖੂ ਸਾਹਿਬ ਨੇ ਗੱਲ ਕੀਤੀ ਹੈ ਕਿ 22 ਜੁਲਾਈ ਨੂੰ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦੀ 54ਵੀਂ ਸਥਾਪਨਾ ਦਿਵਸ ਦੀ ਵਰ੍ਹੇਗੰਢ ਹੈ। ਇਸੇ ਖੁਸ਼ੀ ਵਿੱਚ ਇੱਕ ਸੋਸ਼ਲ ਈਵਨਿੰਗ ਦਾ ਬੰਦੋਬਸਤ ਕੀਤਾ ਗਿਆ ਹੈ। ਆਪ ਸਭ ਦਾ ਨਿੱਘਾ ਸਵਾਗਤ ਹੈ। ਆਪ ਦੇ ਖਾਣ ਪੀਣ ਦਾ, ਡੀਜੇ ਦਾ ਖਾਸ ਪ੍ਰਬੰਧ ਹੋਵੇਗਾ। ਰਾਫੇਲ ਟਿਕਟ ਵੀ ਹੋਵੇਗਾ। ਹੋ ਸਕਦਾ ਹੈ ਕਿ ਜਿਸ ਨਾਲ ਆਪ ਇਨਾਮ ਵੀ ਜਿੱਤ ਸਕਦੇ ਹੋ। ਤੇ 22 ਜੁਲਾਈ 2023 ਨੂੰ ਸ਼ਾਮ ਨੂੰ 6 ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋ ਕੇ ਤੇ ਰਾਤ ਲੇਟ ਤੱਕ ਚੱਲੇਗਾ।
ਇਹ ਸਭ ਕੁਝ ਲਈ ਟਿਕਟ ਹੈ, ਸਿਰਫ ਐਡਲਟ ਲਈ ਹੈ, ਉਹ ਸਿਰਫ 10 ਪਾਉਂਡ ਹੈ ਅਤੇ ਬੱਚਿਆਂ ਦੇ ਲਈ ਕੋਈ ਟਿਕਟ ਨਹੀਂ ਹੈ। ਸੋ ਆਪ ਸਭ ਨੂੰ ਬੇਨਤੀ ਹੈ ਕਿ ਆਪ ਹਮਾ ਕੇ ਸਾਡਾ ਸਾਥ ਦਿਓ। ਆਓ ਆਪਾਂ ਰਲ ਮਿਲ ਕੇ ਬੈਠੀਏ, ਇਹ ਸੋਸ਼ਲ ਈਵਨਿੰਗ ਦਾ ਇੰਜੋਏ ਕਰੀਏ। ਜੱਖੂ ਸਾਹਿਬ, ਮੈਂ ਤੁਹਾਡੇ ਤੋਂ ਪ੍ਰੋਗਰਾਮ ਨੂੰ ਫਿਰ ਇੱਕ ਵਾਰੀ ਸ਼ੁਰੂ ਕਰਦੇ ਹਾਂ ਜੀ। ਬਾਬਾ ਸਾਹਿਬ ਨੇ ਕਿਹਾ ਸੀ ਕਿ ਲਿਖੋ, ਪੜ੍ਹੋ ਅਤੇ ਸੰਘਰਸ਼ ਕਰੋ। ਬਾਬਾ ਸਾਹਿਬ ਸਾਰੀ ਜ਼ਿੰਦਗੀ ਉਹਨਾਂ ਨੂੰ ਐਜੂਕੇਸ਼ਨ ਦੇਣ ਦੇ ਲਈ ਬੜੀਆਂ ਹੀ ਯਤਨਬੰਦ ਰਹੇ ਔਰ ਉਹਨਾਂ ਨੇ ਬੜੇ ਕੋਸ਼ਿਸ਼ਾਂ ਕੀਤੀਆਂ, ਬੜਾ ਯਤਨ ਕੀਤਾ। ਅਤੇ ਉਸ ਤੋਂ ਬਾਅਦ ਆਉਂਦਾ ਹੈਗਾ ਆ ਜੋੜਨੇ ਦੀ ਗੱਲ ਆ। ਉਹਨਾਂ ਨੇ ਬੜੀਆਂ ਪਾਰਟੀਆਂ ਬਣਾਈਆਂ, ਬੜੇ ਸੰਘ ਬਣਾਏ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਸਾਰੇ ਦੁਨੀਆ ਨੂੰ ਆਪਣੇ ਸਾਰੇ ਮੈਂਬਰਾਂ ਨੂੰ ਇਕੱਠੇ ਕਰਨ ਦੇ ਲਈ ਕੋਸ਼ਿਸ਼ ਕੀਤੀ। ਅਤੇ ਦੇਖੋ ਸਾਹਿਬ, ਤੁਸੀਂ ਕੋਈ ਉਹਨਾਂ ਦੀ ਕਿਸੇ ਪਾਰਟੀ ਦੇ ਨਾਲ ਇੰਟਰੋਡਕਸ਼ਨ ਸਾਡੀ ਕਰਵਾ ਸਕਦੇ ਹਾਂ ਕਿ ਬਾਬਾ ਸਾਹਿਬ ਨੇ ਕਿਸੇ ਪਾਰਟੀ ਦਾ ਕੋਈ ਜਿਸ ਤਰ੍ਹਾਂ ਵਿਸ਼ਵ ਹਿਤਕਾਰਨ ਸਭਾ ਜੋ ਸੀਗੀ ਜੀ ਉਹਨਾਂ ਨੇ ਬਣਾਈ 1924 ਦੇ ਵਿੱਚ ਜੀ, ਤੇ ਤੁਸੀਂ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓਗੇ ਪਲੀਜ਼? ਜੀ ਬਿਲਕੁਲ ਜੀ, ਥੈਂਕ ਯੂ ਬਦਨ ਸਾਹਿਬ। ਸੋ ਜਿਸ ਤਰ੍ਹਾਂ ਅਕਸਰ ਆਪਾਂ ਹਰ ਮਹੀਨੇ ਦੇ ਜਿਹੜੇ ਪ੍ਰੋਗਰਾਮ ਲੈ ਕੇ ਆਉਂਦੇ ਆ ਲੋਟਸ ਟੀਵੀ ਤੇ, ਸੋ ਇਹ ਜੁਲਾਈ ਮਹੀਨੇ ਦਾ ਜਿਹੜਾ ਪ੍ਰੋਗਰਾਮ ਆਪਾਂ ਅੱਜ ਲੈ ਕੇ ਆਏ ਆ। ਸੋ ਜੁਲਾਈ ਮਹੀਨੇ ਦੇ ਵਿੱਚ ਜਿਹੜੇ ਇਹ ਪ੍ਰੋਗਰਾਮ ਆ ਜਿਹੜੇ ਮਹੱਤਵ ਰੱਖਦੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਨਾਲ, ਉਹ ਬਦਨ ਸਾਹਿਬ 3 ਵੱਡੇ ਪ੍ਰੋਗਰਾਮਾਂ ਜਾਂ 3 ਜਿਹੜੇ ਕੰਮ ਬਾਬਾ ਸਾਹਿਬ ਨੇ ਇਸ ਮਹੀਨੇ 'ਚ ਕੀਤੇ ਸੀਗੇ ਜੀ। ਸੋ ਪਹਿਲਾ ਤਾਂ ਜਿਹੜਾ ਉਹਨਾਂ ਨੇ ਵਿਸ਼ਵਕ੍ਰਿਤ ਹਿਤਕਾਰਨੀ ਸਭਾ ਬਣਾਈ ਸੀ 1924 'ਚ, ਜਿਹੜੀ 20 ਜੁਲਾਈ ਨੂੰ, ਸੋ ਉਹ ਇਸ ਮਹੀਨੇ 'ਚ ਆਉਂਦੀ ਆ। ਸੋ ਇਹਦੇ ਨਾਲ ਨਾਲ ਇੱਕ 19 ਜੁਲਾਈ ਜਿਹੜੀ 1942 ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਆਲ ਇੰਡੀਆ ਸ਼ਡਿਊਲ ਕਾਸਟ ਫੈਡਰੇਸ਼ਨ ਪਾਰਟੀ ਬਣਾਈ ਸੀ, ਉਹ ਵੀ ਜੁਲਾਈ ਮਹੀਨੇ 'ਚ ਉਹਦੀ ਸਥਾਪਨਾ ਕੀਤੀ ਸੀਗੀ ਜੀ। ਸੋ ਇਸ ਦੇ ਨਾਲ ਨਾਲ ਹੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ 21 ਜੁਲਾਈ 1942 ਨੂੰ ਜਿਹੜਾ ਤੁਸੀਂ ਜ਼ਿਕਰ ਕੀਤਾ ਆ ਜੀ, ਉਹ ਸੀ ਪੜ੍ਹੋ ਜੁੜੋ ਸੰਘਰਸ਼ ਕਰੋ। ਉਹਦਾ ਇੱਕ ਸੰਦੇਸ਼ ਦਿੱਤਾ ਸੀ ਬਹੁਜਨ ਸਮਾਜ ਨੂੰ ਵੀ ਪੜ੍ਹੋ ਜੁੜੋ ਤੇ ਸੰਘਰਸ਼ ਕਰੋ, ਪਹਿਲਾਂ ਪੜ੍ਹੋ ਫਿਰ ਜੁੜੋ ਫਿਰ ਸੰਘਰਸ਼ ਕਰੋ। ਸੋ ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇਦੋਂ ਪਹਿਲਾਂ 1920 ਦੇ ਵਿੱਚ ਇੱਕ ਅਖਬਾਰ ਕੱਢਿਆ ਸੀਗਾ ਪੜ੍ਹਾਈ ਦੇ ਨਾਲ ਰਿਲੇਟਡ, ਜਿਹੜਾ ਮੂਕ ਨਾਇਕ ਜੀ। ਉਹ 1920 ਦੇ ਵਿੱਚ ਜਿਹੜਾ ਮੂਕ ਨਾਇਕ ਦੀ ਵੀ ਸਥਾਪਨਾ ਕੀਤੀ ਸੀ, ਜਿਹਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਆਪ ਲਿਖਦੇ ਸੀਗੇ ਤੇ ਆਪ ਹੀ ਬੋਲ ਕੇ ਪੜ੍ਹ ਕੇ ਆਪਣੇ ਸਮਾਜ ਨੂੰ ਜਿਹੜਾ ਸੁਣਾਉਂਦੇ ਸੀਗੇ। ਸੋ ਇਹ 3 ਜਿਹੜੇ ਵੱਡੇ ਪ੍ਰੋਗਰਾਮ ਬਾਬਾ ਸਾਹਿਬ ਡਾਕਟਰ ਅੰਬੇਡਕਰ ਨਾਲ ਸੰਬੰਧਿਤ ਜੁਲਾਈ ਮਹੀਨੇ ਦੇ। ਸੋ ਇਹਦੇ ਨਾਲ ਨਾਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਇਹਨਾਂ ਪ੍ਰੋਗਰਾਮਾਂ ਤੋਂ ਬਾਅਦ ਬਦਨ ਸਾਹਿਬ ਇੱਕ ਸਾਡੇ ਬਹੁਤ ਹੀ ਜਿਹੜੇ ਆ ਫੂਲਨ ਦੇਵੀ, ਉਹਨਾਂ ਦਾ ਪ੍ਰੀ ਨਿਰਮਾਣ ਦਿਵਸ ਵੀ ਜੁਲਾਈ 'ਚ ਆਉਂਦਾ ਆ ਜੀ। ਸੋ ਉਹ ਇਸੇ ਮਹੀਨੇ ਨਾਲ ਰਿਲੇਟਡ ਹੈ। ਔਰ ਸ਼ਹੀਦ ਊਧਮ ਸਿੰਘ ਦਾ ਜਿਹੜਾ ਸ਼ਹੀਦੀ ਦਿਵਸ ਆ ਉਹ ਵੀ ਇਸੇ ਮਹੀਨੇ 'ਚ ਰਿਲੇਟਡ ਆ। ਔਰ ਨਾਲ ਦੀ ਨਾਲ ਇੱਕ ਸਮਾਮੀ ਅਛੂਤਾਨੰਦ ਹੋਇਆ, ਉਹਨਾਂ ਦਾ ਪ੍ਰੀ ਨਿਰਮਾਣ ਦਿਵਸ ਵੀ ਇਸੇ ਜੁਲਾਈ ਮਹੀਨੇ 'ਚ ਆਉਂਦਾ ਹੈ। ਸੋ ਸਮਾਮੀ ਅਛੂਤਾਨੰਦ ਨੇ ਵੀ ਬਹੁਜਨ ਸਮਾਜ ਪਾਰਟੀ ਲਈ ਇੱਕ ਸੰਘਰਸ਼ ਕੀਤਾ ਜਾਗਰਤੀ ਲਈ। ਸੋ ਉਹਦਾ ਬਹੁਤ ਘੱਟ ਜ਼ਿਕਰ ਆਉਂਦਾ, ਬਹੁਤ ਘੱਟ ਜਿਹੜੇ ਲੋਕਾਂ ਨੂੰ ਉਹਦੇ ਬਾਰੇ ਪਤਾ ਆ। ਸੋ ਆਪਾਂ ਜ਼ਿਆਦਾ ਜਿਹੜਾ ਸਾਰੇ ਬਾਰੇ ਆਪਾਂ ਗੱਲ ਨਹੀਂ ਕਰ ਸਕਦੇ। ਸੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜਿਹੜੇ 2-3 ਵਿਸ਼ੇ ਆ ਉਹਨੂੰ ਆਪਾਂ ਅੱਜ ਟੱਚ ਕਰਾਂਗੇ। ਸੋ ਤੁਸੀਂ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਜਿਹੜੀ ਵਿਸ਼ਵਕ੍ਰਿਤ ਹਿਤਕਾਰਨੀ ਸਭਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਬਣਾਈ ਸੀਗੀ। ਸੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜਦੋਂ ਦੇਖਿਆ ਪੜ੍ਹਨ ਤੋਂ ਬਾਅਦ ਔਰ 1920 ਤੋਂ 1924 ਦੇ ਵਿੱਚ ਬਹੁਤ ਸਾਰੇ ਕੰਮਾਂ ਕਾਰਾਂ ਦੇ ਵਿੱਚ ਉਹਨਾਂ ਨੂੰ ਸਫਲਤਾ ਨਹੀਂ ਮਿਲੀ। ਕਈ ਵਾਰੀ ਉਹਨਾਂ ਨੇ ਕਈ ਕੰਮ ਕਰਨੇ ਸ਼ੁਰੂ, ਕਿਉਂਕਿ ਉਸ ਸਮੇਂ ਇੱਕ ਜਾਤ ਪਾਤ ਦਾ ਬਹੁਤ ਬੋਲਬਾਲਾ ਸੀਗਾ ਤੇ ਲੋਕੀ ਜਿਹੜਾ ਮਿਲਵਰਤਨ ਨਹੀਂ ਸੀ ਕਰਦੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ। ਇਸ ਸਾਰੀਆਂ ਗੱਲਾਂ ਨੂੰ ਮਤਲਬ ਉਹਨਾਂ ਨੇ ਸਮਝਦਿਆਂ ਹੋਇਆਂ ਇੱਕ ਵਿਸ਼ਵਕ੍ਰਿਤ ਜਿਹਨੂੰ ਆਪਾਂ ਹਿਤਕਾਰਨੀ ਸਭਾ ਦੀ ਸਥਾਪਨਾ ਕੀਤੀ, ਉਹ ਸੀਗੀ ਵੀ ਇੱਕ ਹਿੰਦੁਸਤਾਨ ਦੇ ਵਿੱਚ ਦੁਰਕਾਰਿਆ ਹੋਇਆ ਸਮਾਜ ਆ, ਉਹਦੀ ਇੱਕ ਸਭਾ ਬਣਾਈ ਸੀਗੀ ਵਿਸ਼ਵਕ੍ਰਿਤ ਹਿਤਕਾਰਨੀ ਸਭਾ। ਸੋ ਉਹਦੇ ਪਹਿਲੇ ਜਿਹੜੀ ਆ, ਇਸ ਤੋਂ ਪਹਿਲਾਂ ਬੰਬੇ ਦੇ ਵਿੱਚ ਇੱਕ ਮੀਟਿੰਗ ਹੋਈ ਸੀਗੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਅਗਵਾਈ 'ਚ ਇੱਕ ਮੀਟਿੰਗ ਹੋਈ। ਉੱਥੇ ਉਹਨਾਂ ਨੇ ਵਿਚਾਰ ਕੀਤਾ ਵੀ ਆਪਾਂ ਕੋਈ ਨਾ ਕੋਈ ਐਸਾ ਅੰਦੋਲਨ ਸ਼ੁਰੂ ਕਰੀਏ ਵੀ ਜਿਹੜੇ ਆਪਣੇ ਆ ਹਿਤਕਾਰਨੀ ਸਭਾ ਜਿਹੜੀ ਬਣਾਉਣ ਦੀ ਵੀ ਲੋੜ ਇਸੇ ਕਰਕੇ ਪਈ ਵੀ ਜਿਹੜਾ ਆਪਣੇ ਦੇ ਨਾਲ ਵਿਤਕਰਾ ਹੁੰਦਾ ਆ, ਕੋਈ ਮਿਲਵਰਤਨ ਨਹੀਂ ਕਰਦੇ, ਕੋਈ ਸਾਥ ਸਹਿਯੋਗ ਨਹੀਂ ਦਿੰਦੇ। ਬਾਬਾ ਸਾਹਿਬ ਡਾਕਟਰ ਨੇ ਵਕਾਲਤ ਦਾ ਵੀ ਕੰਮ ਸ਼ੁਰੂ ਕੀਤਾ, ਉੱਥੇ ਵੀ ਸਹਿਯੋਗ ਨਹੀਂ ਕੀਤਾ। ਹੋਰ ਬਹੁਤ ਸਾਰੇ ਮਤਲਬ ਕਾਲਜਾਂ ਦੇ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ, ਉੱਥੇ ਵੀ ਨਹੀਂ। ਫਿਰ ਇਹ ਨੌਕਰੀ ਕਰਨ ਆਏ, ਉੱਥੇ ਵੀ ਸਹਿਯੋਗ ਨਹੀਂ ਦਿੱਤਾ। ਸੋ ਇਸ ਸਭਾ ਦੀ ਜਿਹੜੀ ਆ ਇਹ ਸਥਾਪਨਾ 1924 'ਚ ਇਹਨਾਂ ਨੇ ਕੀਤੀ ਆ ਵਿਸ਼ਵਕ੍ਰਿਤ ਹਿਤਕਾਰਨੀ ਸਭਾ। ਔਰ ਇਹਦੇ ਪਹਿਲੇ ਪ੍ਰਧਾਨ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਆਪ ਨਹੀਂ ਬਣੇ, ਕਿਉਂਕਿ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਸਾਥੀ ਸੀਗੇ ਜਿਹੜੇ ਇਸ ਕੰਮ ਦੇ ਲਈ ਯੋਗਦਾਨ ਪਾਉਂਦੇ ਸੀ। ਉਹਦੇ ਲਈ ਬਦਨ ਸਾਹਿਬ ਪਹਿਲੇ ਜਿਹੜੇ ਸਰ ਚਮਨ ਲਾਲ, ਹਰੀ ਲਾਲ
ਬਾਸਤਵਾਲ ਜਿਹੜੇ ਪ੍ਰਧਾਨ ਬਣੇ ਸੀਗੇ ਜੀ ਹਿਤਕਾਰਨੀ ਸਭਾ ਦੇ, ਔਰ ਇੱਕ ਨਾਲ ਦੀ ਨਾਲ ਇਹਦੀ ਇੱਕ ਪ੍ਰਬੰਧਕੀ ਕਮੇਟੀ ਬਣਾਈ। ਜਿੱਦਾਂ ਆਪਾਂ ਇੱਕ ਪ੍ਰਬੰਧਕੀ ਬੋਰਡ ਬਣਾਉਂਦੇ ਆ, ਜਿਸ ਤਰ੍ਹਾਂ ਇੱਕ ਮੈਨੇਜਮੈਂਟ ਕਮੇਟੀ ਬਣਾਉਂਦੇ, ਜਿੱਦਾਂ ਆਪਣੀ ਲੋਟਸ ਟੀਵੀ ਦੀ ਆ ਡਾਕਟਰ ਬੀ ਆਰ ਅੰਬੇਡਕਰ ਕਮੇਟੀ ਆਪਣੀ ਇੱਕ ਹੈਗੀ, ਇੱਕ ਪ੍ਰਬੰਧਕੀ ਬੋਰਡ ਆ, ਟਰਸਟੀ ਆ, ਜਾਂ ਜਿਹੜੇ ਆਪਾਂ ਜਿਹੜੇ ਕੋਈ ਰੂਪ ਰੇਖਾ ਤਿਆਰ ਕਰਦੇ ਆ, ਜੋ ਦੇਖ ਰੇਖ ਹੇਠ ਜਿਹਨਾਂ ਦੇ ਪ੍ਰੋਗਰਾਮ ਚੱਲਦੇ, ਉਹਦੇ ਪ੍ਰਧਾਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਬਣੇ ਸੀਗੇ। ਜੀ ਸੋ ਹਿਤਕਾਰਨੀ ਸਭਾ ਦੇ ਹੋਰ ਸਾਥੀ ਸੀਗੇ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਉਸ ਬੋਰਡ ਦੇ ਪ੍ਰਧਾਨ ਸੀਗੇ। ਸੋ ਇਸ ਜਿਹੜੀ ਵਿਸ਼ਵ ਹਿਤਕਾਰਨੀ ਸਭਾ ਨੇ ਬਹੁਤ ਸਾਰੇ ਕੰਮ ਕੀਤੇ। ਸੋ ਉਹ ਕੰਮ ਜਿਹੜੇ ਆ ਉਹ ਜ਼ਰੂਰ ਸ਼ਲਾਘਾਯੋਗ ਹੈ, ਔਰ ਬਾਬਾ ਸਾਹਿਬ ਦਾ ਜਿਹੜਾ ਅੰਦੋਲਨ ਇਸ ਗੱਲ ਤੋਂ ਸ਼ੁਰੂ ਹੁੰਦਾ। ਜੀ ਬਦਲ ਸਾਹਿਬ। ਜੀ ਜੀ ਇਸ ਪਾਰਟੀ ਦੀ ਕੋਈ ਚੋਣ ਮੈਨੀਫੈਸਟੋ ਵੀ ਸੀ ਜਾਂ ਉਹਨਾਂ ਦਾ ਕੋਈ ਪ੍ਰੋਗਰਾਮ ਸੀ, ਕੋਈ ਲਿਖਿਆ ਉਹਨਾਂ ਨੇ? ਇਹ ਨਹੀਂ ਬਦਲ ਸਾਹਿਬ, ਇਹ ਜਿਹੜੀ ਸੀਗੀ ਇਹ ਇੱਕ ਅੰਦੋਲਨ ਸੀਗਾ ਸਮਾਜਿਕ ਪਰਿਵਰਤਨ ਦਾ ਤੇ ਇੱਕ ਸਮਾਨਤਾ ਦਾ ਅੰਦੋਲਨ ਸੀ, ਵਿਸ਼ਵ ਹਿਤਕਾਰਨੀ ਸਭਾ। ਸੋ ਇਸ ਤੋਂ ਬਾਅਦ ਉਹਨਾਂ ਨੇ ਜਦੋਂ ਗਵਰਨਮੈਂਟ ਆਫ ਇੰਡੀਆ ਐਕਟ 1935 ਜੀ ਗਵਰਨਮੈਂਟ ਆਫ ਇੰਡੀਆ ਐਕਟ 1935 ਆ ਬਣਦਾ ਆ, ਤੇ ਉਹਦੇ ਤਹਿਤ 1937 ਚ ਪਹਿਲੀ ਵਾਰੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸੀਗੀਆਂ, ਔਰ 1924 ਤੋਂ 1900 ਜਿਹੜੇ ਆ 36 ਤੱਕ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਹੋਰ ਵੀ ਬਹੁਤ ਸਾਰੇ ਅੰਦੋਲਨ ਕੀਤੇ ਆ, ਜਿਹਦੇ ਚ ਆਪਾਂ ਕਾਲਾ ਰਾਮ ਮੰਦਿਰ ਦਾ ਅੰਦੋਲਨ ਹੈ, ਇੱਕ ਦਾ ਮਹਾੜ ਤਲਾਬ ਦਾ ਪਾਣੀ ਪੀਣ ਦਾ ਅੰਦੋਲਨ ਹੈ, ਔਰ 1928 ਚ ਸ਼ਾਈਮਨ ਕਮਿਸ਼ਨ ਜਿਹੜਾ ਇੰਡੀਆ ਆਉਂਦਾ ਉਹਦੇ ਆ, ਔਰ ਇਸ ਪੀਰੀਅਡ ਚ 30 31 32 ਨੂੰ ਗੋਲਮੇਜ ਕਾਨਫਰੰਸਾਂ ਵੀ ਆਉਂਦੀਆਂ। ਇਹ ਸਾਰੇ ਅੰਦੋਲਨ ਚੱਲਦਿਆਂ 1936 ਤੱਕ ਆ ਗਏ। ਸੋ ਇਸ ਮਹੀਨੇ ਚ ਜਿਹੜੀ ਆ ਉਹਨਾਂ ਨੇ 20 ਜੁਲਾਈ 1942 ਨੂੰ ਆਲ ਇੰਡੀਆ ਸ਼ਡਿਊਲ ਕਾਸਟ ਫੈਡਰੇਸ਼ਨ ਦੀ ਇੱਕ ਸਥਾਪਨਾ ਕੀਤੀ ਆ। ਪਰ ਇਸ ਤੋਂ ਪਹਿਲਾਂ ਇਹ ਤੋਂ ਪਹਿਲਾਂ ਇੱਕ ਬਾਬਾ ਸਾਹਿਬ ਨੇ ਇੱਕ ਹੋਰ ਪਾਰਟੀ ਬਣਾਈ ਸੀਗੀ। ਆਪਾਂ ਕਿਉਂਕਿ ਸ਼ਡਿਊਲ ਕਾਸਟ ਫੈਡਰੇਸ਼ਨ ਪਾਰਟੀ ਨੂੰ ਸਮਝਣ ਤੋਂ ਪਹਿਲਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇੱਕ ਪਹਿਲਾਂ ਹੋਰ ਪਾਰਟੀ ਬਣਾਈ ਸੀ, ਉਹਦਾ ਜ਼ਿਕਰ ਜ਼ਰੂਰ ਕਰਨਾ ਬਹੁਤ ਜ਼ਰੂਰੀ ਆ। ਤੇ ਉਸੇ ਦਾ ਹੀ ਨਾਮ ਬਦਲ ਕੇ, ਜਿਹਨੂੰ ਆਪਾਂ ਤੁਸੀਂ ਜ਼ਿਕਰ ਕੀਤਾ ਕਿ ਆਜ਼ਾਦ ਸਮਾਜ ਪਾਰਟੀ ਜਾਂ ਆਜ਼ਾਦ ਇੰਡੀਪੈਂਡੈਂਟ ਲੇਬਰ ਪਾਰਟੀ, ਜਿਹੜੀ ਪਹਿਲੀ ਵਾਰੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ 1936 ਚ ਬਣਾਈ ਸੀਗੀ, ਉਹ ਸੀਗੀ ਇੰਡੀਪੈਂਡੈਂਟ ਲੇਬਰ ਪਾਰਟੀ। ਉਹਨੂੰ ਜ਼ਿਆਦਾਤਰ ਜਿਹੜੀ ਆਪਣੇ ਬ੍ਰਿਟਿਸ਼ ਦੀ ਆ, ਇੱਥੇ ਦੀ ਮਤਲਬ ਯੂਕੇ ਦੀ ਜਿਹੜੀ ਲੇਬਰ ਪਾਰਟੀ ਆ, ਉਹਦੇ ਤਹਿਤ ਤੇ ਬਣਾਇਆ ਸੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ। ਜਾਣੀ ਇੱਕ ਆਜ਼ਾਦ ਮਜ਼ਦੂਰ ਇੰਡੀਪੈਂਡੈਂਟ ਮਜ਼ਦੂਰਾਂ ਦੀ ਪਾਰਟੀ 1936 ਚ ਬਣਾਈ। ਉਸ ਪਾਰਟੀ ਨੇ ਬਹੁਤ ਸਾਰੇ ਕੰਮ ਕੀਤੇ, ਉਹ ਜ਼ਰੂਰ ਮਤਲਬ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਉਹਦੇ ਚ ਬਹੁਤ ਵੱਡਾ ਜਿਹੜਾ ਸਮਾਂ ਵੀ ਲੱਗਾ ਔਰ ਯੋਗਦਾਨ ਸੀ, ਬਹੁਤ ਮਿਹਨਤ ਸੀ। ਉਹਦੇ ਬਹੁਤ ਸਾਰੇ ਕੰਮ ਹੈਗੇ ਆ ਜਿਹਨੇ ਮਜ਼ਦੂਰਾਂ 'ਚ, ਕਿਸਾਨਾਂ ਦੇ ਵਿੱਚ ਤੇ ਦਲਿਤਾਂ ਦੇ ਵਿੱਚ ਜਿਹੜੀ ਕਾਫੀ ਜਾਗਰਤੀ ਲਿਆਂਦੀ ਆ ਜੀ, ਉਹਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਆ। ਜੀ ਜੀ ਆਪਾਂ ਜੱਖੂ ਸਾਹਿਬ ਨਾਲ ਦੀ ਨਾਲ ਜਿਹੜੀ ਇਨਫੋਰਮੇਸ਼ਨਸ ਵੀ ਆ ਜੀ ਬਿਲਕੁਲ ਬਹੁਤ ਜ਼ਰੂਰੀ ਆ। ਬਿਲਕੁਲ ਜੀ ਬਿਲਕੁਲ, ਲਾਈਕ ਇਨਫੋਰਮੇਸ਼ਨ ਵੀ ਦਿਓ। ਇਸ ਤਰ੍ਹਾਂ ਅੱਜ ਬੁੱਧ ਵਿਹਾਰ ਵਿੱਚ ਬੜੇ ਹੀ ਸ਼ਾਂਤਮਈ ਤੇ ਸ਼ਰਧਾਪੂਰਨ ਮਾਹੌਲ ਵਿੱਚ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਮਾਨਯੋਗ ਰਾਮ ਲਾਲ ਜੀ, ਜੋ ਕਿ ਪਿਛਲੇ ਸਾਲ ਸਾਡੇ ਤੋਂ ਵਿਛੜ ਗਏ ਸਨ, ਤੇ ਉਹਨਾਂ ਨੂੰ ਅੱਜ ਉਹਨਾਂ ਦੇ ਪਰਿਵਾਰ ਵੱਲੋਂ ਸਾਰੇ ਇੰਗਲੈਂਡ ਭਰ ਤੋਂ ਆਏ ਰਿਸ਼ਤੇਦਾਰਾਂ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਅਤੇ ਸਾਰੇ ਇੰਗਲੈਂਡ ਤੋਂ ਰਿਸ਼ਤੇਦਾਰਾਂ ਤੋਂ ਵੱਲੋਂ ਤੇ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਅਸੀਂ ਬੁੱਧ ਧੰਮ ਸੰਘ ਦੀ ਇਨਕੰਪਾ ਨਾਲ ਇਹੀ ਕਾਮਨਾ ਕਰਦੇ ਹਾਂ ਕਿ ਮਾਨਯੋਗ ਰਾਮ ਲਾਲ ਜੀ ਦੇ ਕੀਤੇ ਕੁਸ਼ਲ ਕੰਮਾਂ ਦਾ ਲਾਭ ਲੈਂਦੇ ਹੋਏ ਉਹ ਨਿਰਵਾਣ ਦੇ ਪਾਦੀ ਬਣ। ਸੋ ਸਾਧੂ ਸਾਧੂ ਸਾਧੂ। ਜਿਸ ਤਰ੍ਹਾਂ ਅੱਗੇ ਆਪਾਂ ਤੁਸੀਂ ਗੱਲ ਕੀਤੀ ਸੀ ਕਿ 22 ਜੁਲਾਈ ਨੂੰ ਜਿਹੜੀ ਹੈ ਸੋਸ਼ਲ ਈਵਨਿੰਗ ਹੈ ਜੀ, ਉਸ ਤੋਂ ਉਦੋਂ ਅਗਲੇ ਦਿਨ ਜੋ ਹੈ ਇੱਕ ਰੰਗਾ ਰੰਗ ਪ੍ਰੋਗਰਾਮ ਦੂਸਰੇ ਦਿਨ ਪ੍ਰੋਗਰਾਮ ਹੋਵੇਗਾ। ਪ੍ਰੋਗਰਾਮ ਤੋਂ ਬਾਅਦ 23 ਤਰੀਕ ਨੂੰ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦੀ ਐਨੂਅਲ ਜਨਰਲ ਮੀਟਿੰਗ ਜੀ ਰੱਖੀ ਗਈ ਹੈ ਜੀ, ਜਿਸ ਕਮੇਟੀ ਦੇ ਵਿੱਚ ਚੋਣ ਹੋਵੇਗੀ ਅਤੇ ਆਪ ਸਭ ਮੈਂਬਰਾਂ ਨੂੰ ਬੇਨਤੀ ਹੈ ਕਿ ਐਨੂਅਲ ਜਨਰਲ ਮੀਟਿੰਗ ਵਿੱਚ ਸਾਰੇ ਜਿਹੜੇ ਭਾਗ ਜ਼ਰੂਰ ਲਿਓ ਤਾਂ ਜੋ ਤੁਹਾਡੇ ਆਪਣੇ ਮਨਪਸੰਦ ਨੁਮਾਇੰਦਿਆਂ ਨੂੰ ਕਮੇਟੀ ਦੀ ਬਾਗਡੋਰ ਸੰਭਾਲੀ ਜਾ ਸਕੇ। ਹਰ ਮੈਂਬਰ ਦਾ ਫਰਜ਼ ਹੈ ਉਹ ਮੀਟਿੰਗ ਜ਼ਰੂਰ ਅਟੈਂਡ ਕਰੇ, ਜ਼ਰੂਰ ਆਵੇ। ਇੱਕ ਬਹੁਤ ਜ਼ਰੂਰੀ ਸੂਚਨਾ ਵੀ ਹੈ, ਇਸ AGM ਮੀਟਿੰਗ ਦੇ ਵਿੱਚ, ਐਨੂਅਲ ਜਨਰਲ ਮੀਟਿੰਗ ਦੇ ਵਿੱਚ ਸਿਰਫ ਅਤੇ ਸਿਰਫ ਉਹਨਾਂ ਮੈਂਬਰਾਂ ਦਾ ਹੀ ਸਵਾਗਤ ਹੋਵੇਗਾ ਜਿਨ੍ਹਾਂ ਮੈਂਬਰਾਂ ਨੇ ਕਮੇਟੀ ਦਾ ਚੰਦਾ ਦਿੱਤਾ ਹੈ ਅਤੇ ਫੁੱਲੀ ਪੇਡ ਹਨ। ਸੋ ਆਪ ਸਭ ਨੂੰ ਬੇਨਤੀ ਹੈ ਕਿ ਮੈਂਬਰ ਜ਼ਰੂਰ ਪਹੁੰਚਣ ਔਰ ਇਲੈਕਸ਼ਨ ਦੇ ਵਿੱਚ ਜ਼ਰੂਰ ਹਿੱਸਾ ਲੈਣ। ਆਪ ਸਭ ਦੀ ਬੜੀ ਮਿਹਰਬਾਨੀ ਹੋਵੇਗੀ। ਸੋ ਇਹਦੇ ਨਾਲ ਹੀ ਇੱਕ ਸਾਡੇ ਬੜੇ ਹੀ ਸਤਿਕਾਰਯੋਗ ਮਾਨਯੋਗ
ਮਦਨ ਸਰੋਏ ਜੀ ਸਾਨੂੰ ਲੰਡਨ ਤੋਂ ਸੂਚਨਾ ਦਿੰਦੇ ਹਨ ਕਿ ਸ਼ਾਹੂ ਜੀ ਮਹਾਰਾਜ ਦੇ ਦਾ ਮੇਲਾ ਜੋ ਕਿ ਇੰਡੀਆ ਦੇ ਵਿੱਚ ਹਰੀਆਬਾਦ ਅੰਬੇਡਕਰ ਪਾਰਕ ਫਗਵਾੜਾ ਦੇ ਲਾਗੇ ਉਹ 26 ਜੁਲਾਈ ਨੂੰ ਦਿਨ ਬੁੱਧਵਾਰ ਨੂੰ ਹੋ ਰਿਹਾ ਹੈ। ਤੇ ਆਪ ਸਭ ਨੂੰ ਬੇਨਤੀ ਹੈ ਕਿ ਜ਼ਰੂਰ ਆਪ ਹਮਾ ਕੇ ਪਹੁੰਚੋ ਔਰ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹੋ ਕਿ ਉਹ ਜ਼ਰੂਰ ਇਸ ਮੇਲੇ ਦੇ ਵਿੱਚ ਆਪਣਾ ਸਹਿਯੋਗ ਦੇਣ ਔਰ ਜ਼ਰੂਰ ਪਹੁੰਚਣ। ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਥੈਂਕ ਯੂ ਵੈਰੀ ਮੱਚ। ਸੋ ਆਪਣੇ ਜੱਕੂ ਸਾਹਿਬ ਜੀ ਆਪਣੇ ਕੋਲ ਹੋਰ ਵੀ ਕਈ ਇਨਫੋਰਮੇਸ਼ਨਸ ਹੈਗੀਆਂ ਪਰ ਆਪਾਂ ਕੋਈ ਟਾਈਮ ਟੂ ਟਾਈਮ ਕਰਦੇ ਰਹੇ। ਠੀਕ ਹੈ ਜੀ, ਥੈਂਕ ਯੂ। ਤੇ ਜਿਹੜੇ ਆਜ਼ਾਦ ਮਜ਼ਦੂਰ ਪਾਰਟੀ ਸੀਗੀ ਜੀ, ਇਸ ਪਾਰਟੀ ਨੇ ਕਈ ਪਹਿਲੀ ਵਾਰੀ ਚੋਣ ਜਿਹੜੀ ਆ ਕਦੋਂ ਲੜੀ ਸੀ? ਜੀ ਜੀ, ਧੰਨਵਾਦ ਜੀ ਬਦਨ ਸਾਹਿਬ। ਸੋ ਜਿਹੜੀਆਂ ਤੁਸੀਂ ਇਨਫੋਰਮੇਸ਼ਨ ਦਿੱਤੀਆਂ ਉਹਦਾ ਵੀ ਦਰਸ਼ਕ ਜ਼ਰੂਰ ਖਿਆਲ ਰੱਖਣ। ਸੋ 22-23 ਦੀ ਖਾਸ ਜਿਹੜੀ ਆ ਜਾਣਕਾਰੀ ਤੁਸੀਂ ਸਾਂਝੀ ਕੀਤੀ ਆ। ਸੋ ਆਪਾਂ ਗੱਲ ਕਰ ਰਹੇ ਹਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਇੰਡੀਪੈਂਡੈਂਟ ਲੇਬਰ ਪਾਰਟੀ। ਜੀ, ਇੰਡੀਪੈਂਡੈਂਟ ਲੇਬਰ ਪਾਰਟੀ ਦੇ ਤਹਿਤ 1937 ਚ ਪਹਿਲੀ ਵਾਰੀ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਗਈਆਂ। ਸੋ ਬੰਬੇ ਕੌਂਸਟੀਟਿਊਸ਼ਨ ਨੂੰ ਲੈ ਕੇ ਜਿਹੜੀ ਬੰਬੇ ਅਸੈਂਬਲੀ ਦੀਆਂ ਚੋਣਾਂ ਲੜੀਆਂ ਗਈਆਂ ਕਿਉਂਕਿ ਇਹ ਇੱਕ ਵਿਧਾਨ ਸਭਾ ਬੰਬੇ ਦੇ ਨਾਲ ਇਹਨੀ ਪਹਿਲੀ ਜਿਹੜੀ ਇਲੈਕਸ਼ਨ ਲੜੀ ਸੀਗੀ 1937 ਚ। ਸੋ ਜਿਹੜੀ ਬੰਬੇ ਵਿਧਾਨ ਸਭਾ ਉਹਦੀਆਂ 175 ਸੀਟਾਂ ਸੀ ਬਦਨ ਸਾਹਿਬ ਜੀ, ਤੇ ਉਹਦੇ ਵਿੱਚੋਂ 15 ਰਿਜ਼ਰਵ ਸੀਟਾਂ ਸੀਗੀਆਂ। ਜੀ, 15 ਰਿਜ਼ਰਵ ਸੀਟਾਂ ਸੀਗੀਆਂ ਤੇ ਬਾਬਾ ਸਾਹਿਬ ਅੰਬੇਡਕਰ ਦੀ ਪਾਰਟੀ ਨੇ ਜਿਹੜੀਆਂ 17 ਸੀਟਾਂ ਤੇ ਚੋਣ ਲੜੀ। ਸੋ 17 ਸੀਟਾਂ ਦੇ ਬਾਬਾ ਸਾਹਿਬ ਦੀ ਪਾਰਟੀ ਨੇ ਚੋਣ ਲੜੀ ਔਰ ਕਾਂਗਰਸ ਦਾ ਪੂਰਾ ਜ਼ੋਰ ਲੱਗਾ ਪਿਆ ਸੀ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਹਰਾਇਆ ਜਾਵੇ, ਇਸ ਪਾਰਟੀ ਦੇ ਜਿਹੜੇ ਪੈਰ ਨਾ ਲੱਗਣ ਦਿੱਤੇ ਜਾਣ, ਇਹਨਾਂ ਨੂੰ ਜਿੱਤਣ ਨਾ ਦਿੱਤਾ ਜਾਵੇ। ਜੀ। ਸੋ 17 ਦੇ ਵਿੱਚੋਂ ਬਦਨ ਸਾਹਿਬ ਤੁਸੀਂ ਯਕੀਨ ਕਰੋ ਕਿ 15 ਸੀਟਾਂ ਦੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਪਾਰਟੀ ਨੇ ਜਿੱਤ ਹਾਸਲ ਕੀਤੀ। ਅੱਛਾ। 17 ਸੀਟਾਂ ਤੇ ਲੜੇ ਔਰ 15 ਦੇ ਜਿੱਤ ਪ੍ਰਾਪਤ ਕੀਤੀ। 15 ਰਿਜ਼ਰਵ ਵਿੱਚੋਂ 13 ਜਿਹੜੀਆਂ ਰਿਜ਼ਰਵ ਸੀਟਾਂ ਦੇ ਜਿੱਤ ਪ੍ਰਾਪਤ ਕੀਤੀ, 2 ਜਨਰਲ ਸੀਟਾਂ ਜਿੱਤੀਆਂ। ਸੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਆਪ ਵੀ ਬਹੁਤ ਵੱਡੇ ਬਹੁਮਤ ਦੇ ਨਾਲ ਜਿੱਤੇ। ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਇੱਕ ਹੋਰ ਸਾਥੀ ਸੀਗੇ ਜਿਹੜੇ ਕਿਸੇ ਸਮੇਂ ਕਾਂਗਰਸ ਵਿੱਚ ਰਹੇ ਸੀਗੇ, ਕਾਂਗਰਸ ਕੰਮ ਕਰ ਰਹੇ ਸੀ, ਉਹ ਵੀ ਛੱਡ ਕੇ ਆਏ ਆ ਤੇ ਬਾਅਦ ਸ਼ਡਿਊਲ ਕਾਸਟ ਫੈਡਰੇਸ਼ਨ ਪਾਰਟੀ ਦੇ ਜਨਰਲ ਸੈਕਟਰੀ ਵੀ ਬਣੇ ਆ। ਸੋ ਉਹ ਵੀ ਚੋਣ ਜਿਹੜੇ ਜਿੱਤੇ ਆ ਔਰ 15 ਸੀਟਾਂ ਦੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਆ ਕੰਮ ਕੀਤੇ ਆ। ਮਤਲਬ ਮਜ਼ਦੂਰਾਂ ਦੇ ਨਾਲ ਕਿਸਾਨਾਂ ਵਾਸਤੇ, ਕਿਸਾਨਾਂ ਤੋਂ ਇਲਾਵਾ ਵਿਦਿਆਰਥੀਆਂ ਵਾਸਤੇ, ਵਿਦਿਆਰਥੀਆਂ ਤੋਂ ਇਲਾਵਾ ਫਿਰ ਉਹਨਾਂ ਨੇ ਬਹੁਜਨ ਸਮਾਜ ਦੇ ਹੋਰ ਦੱਬੇ ਕੁਚਲੇ ਲੋਕਾਂ ਵਾਸਤੇ ਵੀ ਕੰਮ ਕੀਤੇ ਉਸ ਰਾਜਨੀਤਿਕ ਪਾਰਟੀ ਦੇ ਜ਼ਰੀਏ। ਸੋ ਜਦੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਕੰਮਾਂ ਦੀ ਗੱਲ ਕਰਦੇ ਹਾਂ ਤੇ ਔਰ 1937 ਜਿਹੜੀਆਂ ਚੋਣਾਂ ਹੋਈਆਂ ਉਸ ਵਿਧਾਨ ਸਭਾ 'ਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਪਹਿਲੀ ਵਾਰੀ ਜਿਹੜੇ ਲੇਬਰ ਮਿਨਿਸਟਰ ਵੀ ਬਣੇ ਔਰ ਲੇਬਰ ਮਿਨਿਸਟਰ ਬਣਨ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਿਹੜਾ 14 ਘੰਟੇ ਕੰਮ ਲਿਆ ਜਾਂਦਾ ਸੀਗਾ ਮਜ਼ਦੂਰਾਂ ਤੋਂ, ਉਹਨੂੰ 8 ਘੰਟੇ ਕੀਤਾ ਜੀ। ਔਰ ਨਾਲ ਦੀ ਨਾਲ ਜਿਹੜੇ ਉਹਨਾਂ ਨੂੰ ਤਨਖਾਹਾਂ ਦੇ ਵਿੱਚ ਵਾਧਾ, ਫਿਰ ਉਹਨਾਂ ਨੂੰ ਰਹਿਣ ਵਾਸਤੇ ਮਕਾਨ ਚੰਗੇ ਪ੍ਰਬੰਧ ਦੇ ਲਈ ਜਿਹੜੀ ਵਿਵਸਥਾ ਕੀਤੀ। ਨਾਲ ਦੀ ਨਾਲ ਜਿਹੜੀ ਕਿਸਾਨਾਂ ਦੀ ਜ਼ਮੀਨ ਲੈਣ ਲੋੜਾਂ ਵੱਲੋਂ ਜਾਂ ਸਰਮਾਏਦਾਰਾਂ ਵੱਲੋਂ ਜਿਹੜੀ ਆ ਕੁਰਕੀ ਕੀਤੀ ਜਾਂਦੀ ਸੀਗੀ ਉਹਦੇ ਤੇ ਰੋਕ ਲਾਈ। ਉਹਦਾ ਜਿਹੜਾ ਸਹੀ ਤਰੀਕੇ ਨਾਲ ਮੁਆਵਜ਼ਾ ਦੇਣ ਦੀ ਜਿਹੜੀ ਗੱਲ ਕੀਤੀ ਔਰ ਵਿਧਾਨ ਸਭਾ 'ਚ ਬਹੁਤ ਸਾਰੀਆਂ ਮੰਗਾਂ ਉਠਾਈਆਂ ਔਰ ਇਸ ਪਾਰਟੀ ਦੇ ਜ਼ਰੀਏ ਬਾਬਾ ਸਾਹਿਬ ਅੰਬੇਡਕਰ ਨੇ ਆਜ਼ਾਦ ਮਜ਼ਦੂਰ ਪਾਰਟੀ ਦੇ ਤਹਿਤ। ਜੀ ਦੇਖੋ ਸਾਹਿਬ, ਜੇ ਆਪਾਂ ਮਜ਼ਦੂਰਾਂ ਦੀ ਗੱਲ ਕਰੀਏ, ਕਿਸਾਨਾਂ ਦੀ ਗੱਲ ਕਰੀਏ ਤਾਂ ਬਾਬਾ ਸਾਹਿਬ ਨੇ ਲੇਡੀਜ਼ ਦੇ ਲਈ, ਔਰਤਾਂ ਦੇ ਲਈ ਵੀ ਬਹੁਤ ਕੁਝ ਕੀਤਾ। ਇਸੇ ਜਦੋਂ ਬਾਕੀ ਸਾਰਿਆਂ ਨੂੰ ਹੱਕ ਦਿੱਤੇ ਤੇ ਲੇਡੀਜ਼ ਨੂੰ ਵੀ ਜ਼ਰੂਰ ਹੱਕ ਦਿੱਤੇ ਹੋਊਗੇ। ਬਿਲਕੁਲ ਜੀ, ਬਿਲਕੁਲ ਜੀ। ਲੇਡੀਜ਼ ਲਈ ਜੇ ਹੱਕਾਂ ਦੀ ਗੱਲ ਕਰੀਏ ਤੇ ਪਹਿਲੀ ਵਾਰ ਲੇਡੀਜ਼ ਨੂੰ ਮਰਦ ਦੇ ਬਰਾਬਰ ਤਨਖਾਹ ਦੇਣ ਦਾ ਵੀ ਜਿਹੜਾ ਕਾਨੂੰਨ ਬਣਾਇਆ ਜਾਂ ਲੈ ਕੇ ਆਏ, ਲਾਗੂ ਕੀਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ। ਔਰ ਨਾਲ ਦੀ ਨਾਲ ਜਿਹੜੀ ਪ੍ਰਸੂਤੀ ਛੁੱਟੀ ਆ ਜਿਹੜੀ ਮਤਲਬ ਉਹ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇਹਨਾਂ ਨੂੰ ਦਵਾਈ ਜੀ। ਤੇ ਨਾਲ ਬੱਚਾ ਹੋਣ ਤੋਂ ਬਾਅਦ ਵੀ ਹਾਂਜੀ 6 ਮਹੀਨੇ ਜਾਂ 3 ਮਹੀਨੇ ਜਿਹੜਾ ਪੀਰੀਅਡ ਸੀ ਉਹ ਵੀ ਛੁੱਟੀ ਔਰ ਉਹਦੀ ਜਿਹੜੀ ਪੂਰੀ ਤਨਖਾਹ ਦੇਣ ਦਾ ਜਿਹੜਾ ਉਹ ਵੀ ਪਾਸ ਕਰਾਇਆ। ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜੀਆਂ ਖਾਨਾਂ ਦੇ ਵਿੱਚ ਔਰਤਾਂ ਕੰਮ ਕਰਦੀਆਂ ਸੀ, ਕੋਲੇ ਦੀਆਂ ਖਾਨਾਂ 'ਚ ਉਹਨਾਂ ਤੇ ਪਾਬੰਦੀ ਲਾਈ ਜੀ। ਔਰ ਜਿਹੜੀਆਂ ਖਾਨਾਂ ਖਤਰਨਾਕ ਸੀਗੀਆਂ ਜਾਂ 5.5 ਫੁੱਟ ਤੋਂ ਮਤਲਬ ਨੀਵੀਆਂ ਸੀ ਉਹਨਾਂ 'ਚ ਕੰਮ ਕਰਨ ਦੀ ਮਨਾਹੀ ਕੀਤੀ। ਸੋ ਔਰਤਾਂ ਵਾਸਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸ਼ੁਰੂ ਤੋਂ ਬਹੁਤ ਸਾਰੇ ਕੰਮ ਕੀਤੇ ਆ। ਸੋ ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਬਦੌਲਤ ਹੀ ਅੱਜ ਜਿਹੜੀਆਂ ਔਰਤਾਂ ਮਰਦਾਂ ਦੇ ਬਰਾਬਰ ਦੇਖੀਆਂ ਜਾਂਦੀਆਂ। ਹਾਂਜੀ ਜੀ, ਬੇਸ਼ੱਕ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਕਿਸੇ ਜਾਤ ਦੀ ਆ, ਕਿਸੇ ਹੋਰ ਧਰਮ ਦੀ ਆ, ਉਹਨੇ ਹਰ ਔਰਤ ਦੇ ਲਈ ਬਹੁਤ ਕੰਮ ਕੀਤਾ। ਬਹੁਤ ਬੜਾ ਯੋਗਦਾਨ ਸੀਗਾ ਬਾਬਾ ਸਾਹਿਬ ਦਾ ਜੀ। ਔਰ ਸਭ ਤੋਂ ਜ਼ਿਆਦਾ ਜੋ ਹੈ ਨਾ ਬਾਬਾ ਸਾਹਿਬ ਨੇ ਔਰਤਾਂ ਦੇ ਲਈ
ਬਹੁਤ ਬੜੇ ਕੰਮ ਕੀਤੇ ਆ ਜੀ। ਸੋ ਜਖੂ ਸਾਹਿਬ, ਕੀ ਇਸ ਮਜ਼ਦੂਰ ਪਾਰਟੀ ਤੋਂ ਬਾਅਦ ਵਿੱਚ ਹੋਰ ਵੀ ਕੋਈ ਪਾਰਟੀ ਬਣਾਈ ਜਾਂ ਬਾਬਾ ਸਾਹਿਬ ਨੇ ਉਹਦਾ ਨਾਂ ਕੀ ਸੀਗਾ ਨਾਂ? ਜੀ, ਇਹ ਬਦਨ ਸਾਹਿਬ ਜਦੋਂ ਇਹ ਜਿਹੜੀ ਇੰਡੀਪੈਂਡੈਂਟ ਮਜ਼ਦੂਰ ਪਾਰਟੀ ਬਣਾਉਣ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਦੇਖਿਆ ਕਿ ਬਹੁਤ ਸਾਰੇ ਦੂਸਰੇ ਲੋਕ ਆ ਉਹ ਇਸ ਪਾਰਟੀ ਨਾਲ ਨਹੀਂ ਜੁੜਦੇ, ਔਰ ਇਹਦੀ ਜਦੋਂ ਉਹਨਾਂ ਨੇ ਸਮੀਖਿਆ ਕੀਤੀ, ਜਿਹਨੂੰ ਆਪਾਂ ਚਿੰਤਨ ਮੰਥਨ ਕਹਿੰਦੇ ਆ, 1937 ਤੋਂ ਬਾਅਦ ਬਾਬਾ ਸਾਹਿਬ ਨੇ ਇੱਕ ਬੰਬੇ ਦੇ ਵਿੱਚ ਇੱਕ ਮੀਟਿੰਗ ਖੁਦ ਵੀ ਲਈ ਆ। ਉਹਦੇ ਵਿੱਚ ਵੀ ਦੇਖਿਆ ਵੀ ਮਤਲਬ ਬਹੁਤ ਘੱਟ ਮੈਂਬਰ ਬਣੇ ਆ ਤੇ ਇਸ ਪਾਰਟੀ 'ਚ ਦੋ ਗਰੁੱਪ ਸੀਗੇ। ਇੱਕ ਤਾਂ ਜਿਹੜੇ ਮੈਂਬਰਸ਼ਿਪ ਲੈ ਲਈ ਸੀ ਇਹਨਾਂ ਨੇ, ਇੱਕ ਨੇ ਮੈਂਬਰਸ਼ਿਪ ਨਹੀਂ ਸੀ ਲਈ। ਔਰ ਉਸ ਮੀਟਿੰਗ ਨੂੰ ਸੰਬੋਧਨ ਕਰਦੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਖੁਦ ਕਿਹਾ ਵੀ ਤੁਹਾਨੂੰ ਵੱਧ ਤੋਂ ਵੱਧ ਇਹਦੇ ਮੈਂਬਰ ਬਣਨਾ ਚਾਹੀਦਾ। ਔਰ ਉਸ ਸਮੇਂ ਮੈਂਬਰ ਵੀ ਜਿਹੜੀ ਆ 50 ਪੈਸੇ, ਜਿਹਨੂੰ ਆਪਾਂ 8 ਆਨੇ ਕਹਿੰਦੇ ਆ ਸਾਲਾਨਾ ਦੀ ਜਿਹੜੀ ਫੀਸ ਸੀਗੀ। ਤੇ ਔਰ ਨਾਲ ਦੀ ਨਾਲ ਬਾਬਾ ਸਾਹਿਬ ਡਾਕਟਰ ਨੇ ਕਿਹਾ ਵੀ ਤੁਸੀਂ ਮੈਨੂੰ ਲੱਗਦਾ ਕਿ 2 ਰੁਪਏ ਦਾ ਪਾਨ ਖਾ ਲੈਨੇ ਮਹੀਨੇ 'ਚ, ਤੇ ਔਰ 8 ਆਨੇ ਦੀ ਜਿਹੜੀ ਮੈਂਬਰਸ਼ਿਪ ਨਹੀਂ ਲੈਂਦੀ। ਇਹ ਪਾਰਟੀ ਜੇ ਮੈਂ ਚਾਹੁੰਦਾ ਤੇ ਸਰਮਾਏਦਾਰਾਂ ਤੋਂ ਪੈਸੇ ਨਾਲ ਵੀ ਚਲਾ ਸਕਦਾ ਆ। ਬਹੁਤ ਸਾਰੇ ਸਰਮਾਏਦਾਰ ਹੈਗੇ ਆ, ਪਰ ਮੈਂ ਨਹੀਂ ਚਾਹੁੰਦਾ ਕਿ ਮਤਲਬ ਜੇ ਉਹਨਾਂ ਦੇ ਪੈਸੇ ਨਾਲ ਇਹ ਪਾਰਟੀ ਮੈਂ ਚਲਾਉਂਗਾ ਤੇ ਫਿਰ ਉਹਨਾਂ ਦੀ ਗੱਲ ਵੀ ਮੰਨਣੀ ਪੈਣੀ ਹੈ। ਬਿਲਕੁਲ। ਜੇ ਉਹਨਾਂ ਦਾ ਸਹਿਯੋਗ ਲੈਣੇ ਆ ਤਾਂ ਫਿਰ ਉਹਨਾਂ ਦਾ ਇਸ਼ਾਰਾ ਵੀ ਮੰਨਣਾ ਪੈਣਾ। ਇਸ ਕਰਕੇ ਇਹ ਪਾਰਟੀ ਤੁਹਾਡੀ ਪਾਰਟੀ ਆ ਤੇ ਤੁਹਾਡੇ ਚੰਦੇ ਨਾਲ ਚੱਲੂਗੀ ਤੇ ਤਾਂ ਹੀ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ। ਤੇ ਜਿਹੜਾ ਇਸ ਵਰਗ ਦੇ ਵਿੱਚੋਂ ਲੰਘ ਕੇ ਗਿਆ ਉਹਨੂੰ ਮਜ਼ਦੂਰ ਦੀਆਂ ਸਮੱਸਿਆਵਾਂ ਦਾ ਪਤਾ ਹੋਊਗਾ। ਸੋ ਇਸ ਕਰਕੇ ਇਹਦੇ ਵੱਧ ਤੋਂ ਵੱਧ ਤੁਸੀਂ ਮੈਂਬਰ ਬਣੋ ਤੇ ਤਦ ਹੀ ਤੁਹਾਡੇ ਲਈ ਕੰਮ ਹੋ ਸਕਦਾ। ਤੇ ਔਰ ਉਸ ਤੋਂ ਬਾਅਦ ਫਿਰ ਬਾਬਾ ਸਾਹਿਬ ਅੰਬੇਡਕਰ ਨੇ ਦੇਖਿਆ ਵੀ ਹੋ ਸਕਦਾ, ਕਿਉਂਕਿ ਬਾਬਾ ਸਾਹਿਬ ਸਮੇਂ-ਸਮੇਂ ਦੇ ਉੱਤੇ ਜਿਹੜੀ ਹੈ ਨਾ ਚੇਂਜ ਕਰਦੇ ਰਹੇ, ਹਰ ਵਿਚਾਰ ਦੇ ਵਿੱਚ, ਹਰ ਗੱਲ ਦੇ ਵਿੱਚ, ਹਰ ਮਤਲਬ ਸਿਸਟਮ ਦੇ ਵਿੱਚ ਕਿੱਥੇ ਕੋਈ ਕਮੀ ਆ। ਉਹਨਾਂ ਨੇ ਦੇਖਿਆ ਵੀ ਹੋ ਸਕਦਾ ਇਹ ਸ਼ਡਿਊਲ ਕਾਸਟ ਕਿਤੇ ਓਨਲੀ ਸ਼ਡਿਊਲ ਕਾਸਟ ਦੀ ਹੀ ਨਾ ਪਾਰਟੀ ਬਣ ਕੇ ਰਹਿ ਜਾਵੇ, ਜਿਹੜਾ ਇੱਕ ਸਪੈਸ਼ਲ ਵਰਗ ਦੀ ਮਤਲਬ ਜਿਹ 'ਚ SC ST ਆ ਜਾਂਦੇ ਆ ਜਾਂ ਇੱਕ ਕੁਝ ਜਾਤੀ ਦੀ। ਉਹਨਾਂ ਨੇ ਫਿਰ ਇਹਦਾ ਹੀ ਨਾਮ ਬਦਲ ਕੇ, ਅੱਛਾ ਹਾਂ, ਇਸੇ ਦਾ ਹੀ ਨਾਮ ਬਦਲ ਕੇ ਜਿਹੜੀ ਆ ਉਹ ਫਿਰ ਇਹਨਾਂ ਨੇ 1942 'ਚ ਫਿਰ ਇੱਕ ਪਾਰਟੀ ਉਹਨਾਂ ਨੇ ਰੱਖੀ ਆ, ਮਤਲਬ ਆਜ਼ਾਦ ਮਜ਼ਦੂਰ ਪਾਰਟੀ ਦਾ ਨਾਮ ਰੱਖਿਆ ਆਲ ਇੰਡੀਆ ਸ਼ਡਿਊਲ ਕਾਸਟ ਫੈਡਰੇਸ਼ਨ ਰੱਖੀ ਆ ਜੀ। ਆਲ ਇੰਡੀਆ ਸ਼ਡਿਊਲ ਕਾਸਟ ਫੈਡਰੇਸ਼ਨ ਜਿਹੜੀ ਰੱਖੀ ਉਹਦੀ 1942 ਦੇ ਵਿੱਚ ਸਥਾਪਨਾ ਕਰਦੇ ਆ। ਔਰ ਇਹ ਦੋਨੋਂ ਪਾਰਟੀਆਂ ਦੇ ਬਾਬਾ ਸਾਹਿਬ ਡਾਕਟਰ ਖੁਦ ਹੀ ਪ੍ਰਧਾਨ ਤੇ ਕੈਸ਼ੀਅਰ ਵੀ ਇਹ ਆਪ ਹੀ ਸਗੇ ਬਾਬਾ ਸਾਹਿਬ ਡਾਕਟਰ ਅੰਬੇਡਕਰ। ਇਹ ਜਿਹੜੀ ਫਿਰ 1942 ਦੇ ਵਿੱਚ ਬਣਾਉਂਦੇ ਆ ਜਦੋਂ ਇਹ ਆਲ ਇੰਡੀਆ ਸ਼ਡਿਊਲ ਕਾਸਟ ਫੈਡਰੇਸ਼ਨ ਪਾਰਟੀ, ਉਹਦੇ ਤਹਿਤ ਤੇ ਫਿਰ ਕੰਮ ਸ਼ੁਰੂ ਕਰਦੇ ਆ। ਔਰ ਇਹਨੂੰ ਮਤਲਬ ਬੰਬਈ ਤੋਂ ਬਾਹਰ ਦੂਸਰੀਆਂ ਸਟੇਟਾਂ 'ਚ ਵੀ ਲੈ ਕੇ ਜਾਂਦੇ ਆ ਔਰ ਸਮੇਂ-ਸਮੇਂ ਤੇ ਬਹੁਤ ਸਾਰੇ ਅੰਦੋਲਨ ਕਰਦੇ ਆ ਔਰ ਚੋਣਾਂ ਜਿੱਤਦੇ ਆ। ਫਿਰ ਉਦੋਂ ਬਾਅਦ ਨਾਲ ਦੀ ਨਾਲ ਫਿਰ ਬਦਨ ਸਾਹਿਬ ਸੰਵਿਧਾਨ ਬਣਾਉਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਗਈ ਜੀ, ਕਿਉਂਕਿ ਉਸ ਪੀਰੀਅਡ ਦੇ ਵਿੱਚ ਬਹੁਤ ਸਾਰੇ ਕਾਂਗਰਸ ਨੇ ਭਾਰਤ ਛੱਡੋ ਅੰਦੋਲਨ, ਨਾਮ ਨਿਰਤਨ ਲਹਿਰ, ਡੰਡੀ ਮਾਰਚ, ਬਹੁਤ ਸਾਰੇ ਗਾਂਧੀ ਨੇ ਅੰਦੋਲਨ ਚਲਾ ਲਏ ਸੀਗੇ। ਤੇ ਔਰ ਨਾਲ ਦੀ ਨਾਲ 1900 ਜਿਹੜੀ ਆ ਸੈਕੰਡ ਵਰਲਡ ਵਾਰ 1939 ਤੋਂ 42 45 ਦੇ ਵਿੱਚ ਜਿਹੜੀ ਚੱਲਦੀ ਪਈ ਆ, ਉਸ ਵਰਲਡ ਵਾਰ 'ਚ ਇੱਥੇ ਦੇ ਜਿਹੜੀ ਆ ਬ੍ਰਿਟਿਸ਼ ਸਰਕਾਰ ਦੀ ਜਦੋਂ ਹਾਰ ਹੁੰਦੀ ਤੇ ਉਹਨਾਂ ਨੇ ਫਿਰ ਇਹ ਡਿਸਾਈਡ ਕਰ ਲਿਆ ਵੀ ਅਸੀਂ ਜਿਹੜਾ ਭਾਰਤ ਨੂੰ ਹੁਣ ਆਜ਼ਾਦ ਕਰ ਦੇਣਾ ਆ। ਔਰ 1942 ਤੋਂ ਬਾਅਦ ਫਿਰ ਜਦੋਂ ਬਾਬਾ ਸਾਹਿਬ ਅੰਬੇਡਕਰ ਦੇ ਇਹ ਨਾਲ ਦੀ ਨਾਲ ਜਿਹੜੀ ਕਾਂਗਰਸ ਨੇ ਇੱਕ ਇਹ ਗੱਲ ਰੱਖ ਦਿੱਤੀ, ਬਦਨ ਸਾਹਿਬ ਬਹੁਤ ਉਹ ਜ਼ਰੂਰੀ ਗੱਲ ਆ ਜੀ, ਬਈ ਜਿਹੜੀ ਇਹ ਸੰਵਿਧਾਨ ਸਭਾ ਦਾ ਮੈਂਬਰ ਉਹ ਹੋਊਗਾ ਜਿਹੜਾ ਮਤਲਬ ਪਾਰਲੀਮੈਂਟ ਸੀਟ ਜਿੱਤ ਕੇ ਆਊਗਾ। ਅੱਛਾ, ਹਾਂ, ਜਿਹੜਾ ਮਤਲਬ ਕੁਛ ਮਤਲਬ ਜਿੱਤੇ ਹੋਏ ਨੁਮਾਇੰਦੇ ਹੋਣਗੇ, ਕੁਛ ਜਿਹੜੀਆਂ ਰਿਆਸਤਾਂ ਦੇ ਹੋਣਗੇ। ਸੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਸ਼ੁਰੂ ਤੋਂ ਚਾਹੁੰਦੇ ਸੀਗੇ ਕਿ ਮੈਂ ਆਪਣੇ ਸਮਾਜ ਦਾ ਜਿਹੜਾ ਕੰਮ ਕਰਨ ਦੇ ਲਈ ਸੰਵਿਧਾਨ ਸਭਾ 'ਚ ਜਾਵਾਂ। ਔਰ 1942 ਤੋਂ 46 ਦੇ ਵਿੱਚ ਸਾਰੀ ਪ੍ਰਕਿਰਿਆ ਚੱਲਦੀ ਆ। ਉਹਦੇ 'ਚ ਬਾਬਾ ਸਾਹਿਬ ਅੰਬੇਡਕਰ ਤੋਂ ਬਹੁਤ ਘੱਟ ਜਿਹੜਾ ਧਿਆਨ ਦੇ ਹੁੰਦਾ ਹੈ ਆਪਣੀ ਸ਼ਡਿਊਲ ਕਾਸਟ ਫੈਡਰੇਸ਼ਨ ਪਾਰਟੀ ਤੇ, ਆਲ ਇੰਡੀਆ ਸ਼ਡਿਊਲ ਕਾਸਟ ਫੈਡਰੇਸ਼ਨ ਪਾਰਟੀ ਤੇ ਇਹਦਾ ਨਾਮ ਰੱਖਦੇ, ਉਹ 'ਚ ਘੱਟ ਧਿਆਨ ਹੁੰਦਾ। ਔਰ ਜਿਹੜੀ ਸੰਵਿਧਾਨ ਸਭਾ ਬਣਦੀ ਆ ਉਹਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਧਿਆਨ ਜ਼ਿਆਦਾ ਕੇਂਦਰਿਤ ਹੁੰਦਾ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਂ ਜਿਹੜੇ ਇਸ ਸੰਵਿਧਾਨ ਸਭਾ 'ਚ ਜਾਵਾਂ। ਔਰ ਨਾਲ ਦੀ ਨਾਲ ਅੰਗਰੇਜ਼ਾਂ ਨੇ ਗੱਲ ਕਰਤੀ ਵੀ ਮੈਂ ਹੀ ਭਾਰਤ ਨੂੰ ਤਦ ਆਜ਼ਾਦ ਕਰਾਂਗੇ ਜੇ ਤੁਹਾਡੇ ਕੋਲ ਕੋਈ ਸੰਵਿਧਾਨ ਹੋਊਗਾ ਜਾਂ ਤੁਹਾਡਾ ਕੋਈ ਮਤਲਬ ਸੰਵਿਧਾਨ ਬਣਾਉਣ ਵਾਲਾ ਵਿਅਕਤੀ ਹੋਊਗਾ। ਤੇ ਉਹਦੇ ਲਈ ਕਾਂਗਰਸ ਦੇ ਕੋਲ ਹੋਰ ਵਿਕਲਪ ਕੋਈ ਨਹੀਂ ਸੀ ਬਾਬਾ ਸਾਹਿਬ ਤੋਂ ਬਿਨਾਂ। ਤੇ ਨਾਲ ਸ਼ਰਤ ਸੀਗੀ ਜਿੱਤ ਕੇ ਜਿਹੜਾ ਆਊਗਾ ਉਹ ਸੰਵਿਧਾਨ ਸਭਾ ਦਾ ਹੋਊਗਾ। ਔਰ ਬਾਬਾ ਸਾਹਿਬ ਨੇ 2 ਵਾਰੀ ਟਰਾਈ ਕੀਤੀ, ਉਹ ਨਹੀਂ ਜਿੱਤ ਸਕੇ ਜੀ। ਜੇ ਫਿਰ ਉਹਦੇ ਬਾਅਦ ਫਿਰ ਜੋਗਿੰਦਰਨਾਥ ਮੰਡਲ ਜਿਹੜਾ ਅਕਸਰ ਆਪਾਂ ਜਿਹਦਾ ਜ਼ਿਕਰ ਕਰਦੇ ਆ ਵੈਸਟ ਬੰਗਾਲ ਤੋਂ ਤੇ ਵੈਸਟ ਬੰਗਾਲ ਤੋਂ ਉਹ ਜਿੱਤਦੇ। ਔਰ ਜਿਹੜੀ ਇਹਨਾਂ ਦੀ ਆਜ਼ਾਦ ਲੇਬਰ ਪਾਰਟੀ ਹੁੰਦੀ ਵੈਸਟ ਬੰਗਾਲ ਦੇ ਵਿੱਚ, ਉਹਨਾਂ ਦਾ ਮੁਸਲਿਮ ਲੀਗ ਨਾਲ ਅਲਾਈਅੰਸ ਹੁੰਦਾ ਆ, ਮੁਸਲਿਮ ਲੀਗ ਨਾਲ ਅਲਾਈਅੰਸ ਹੁੰਦਾ। ਔਰ ਜੋਗਿੰਦਰਨਾਥ ਮੰਡਲ ਜਿਹੜੇ ਆ ਉੱਥੇ ਦੇ ਇੱਕ ਮਿਨਿਸਟਰ ਹੁੰਦੇ, ਕੈਬਨਿਟ ਮਿਨਿਸਟਰ ਹੁੰਦੇ ਜੀ। ਔਰ ਉਹਨਾਂ ਨੇ ਬਾਬਾ ਸਾਹਿਬ ਤੱਕ ਪਹੁੰਚ ਕੀਤੀ ਵੀ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ, ਇਫ ਯੂ ਡੋਂਟ ਮਾਈਂਡ, ਵੀ ਤੁਸੀਂ ਸਾਡੇ ਵੈਸਟ ਬੰਗਾਲ 'ਚ ਆਓ ਤੇ ਅਸੀਂ ਤੁਹਾਨੂੰ ਇੱਥੋਂ ਜਿਤਾ ਕੇ ਭੇਜਦੇ ਆ।
ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸੋਚਿਆ ਵੀ ਮਤਲਬ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੈਨੂੰ ਇਸ ਸੰਵਿਧਾਨ ਸਭਾ 'ਚ ਜਾਣਾ ਚਾਹੀਦਾ ਆ ਜੀ। ਔਰ ਉਹ ਇਸ ਗੱਲ ਨੂੰ ਮੰਨ ਗਏ। ਫਿਰ ਉਹ ਜੇ ਜੋਗਿੰਦਰਨਾਥ ਮੰਡਲ ਦੀ ਅਗਵਾਈ ਦੇ ਵਿੱਚ ਔਰ ਮੁਸਲਿਮ ਲੀਗ ਦੇ ਸਹਿਯੋਗ ਨਾਲ ਜੈ ਖੁੱਲਣਾ ਤੇ ਖੁਰਾਨਾ ਸੀਟ ਤੋਂ ਬਾਬਾ ਸਾਹਿਬ ਜਿੱਤ ਕੇ ਜਿਹੜੇ ਆ ਫਿਰ ਸੰਵਿਧਾਨ ਸਭਾ 'ਚ ਜਾਂਦੇ ਆ। ਫਿਰ ਬਾਬਾ ਸਾਹਿਬ ਇਹ ਬੱਦਨ ਸਾਹਿਬ ਇੱਥੇ ਇੱਕ ਹੋਰ ਗੱਲ ਹੈ ਵੀ ਜਦੋਂ ਜਿੱਤਣ ਤੋਂ ਬਾਅਦ ਇੱਕ ਉਹਨਾਂ ਨੇ ਪੈਮਾਨਾ ਲਾਇਆ ਸੀ ਵੀ ਜਿੱਥੇ ਮਤਲਬ ਇਹ 50% ਤੋਂ ਵੱਧ ਆਬਾਦੀ ਹੋਊਗੀ ਮੁਸਲਮਾਨਾਂ ਦੀ, ਉਹ ਇਲਾਕੇ ਪਾਕਿਸਤਾਨ ਨੂੰ ਦਿੱਤੇ ਜਾਣਗੇ। ਜਿੱਥੇ ਆਬਾਦੀ 55% ਤੋਂ ਘੱਟ ਹੋਊਗੀ ਉਹ ਜਿਹੜੀ ਹੈ ਭਾਰਤ 'ਚ ਰਹਿਣਗੇ। ਜੇ ਤਾਂ ਮਤਲਬ ਮੁਸਲਮਾਨਾਂ ਦੀ 55% ਆਬਾਦੀ ਆ ਫਿਰ ਤੋਂ ਇਲਾਕੇ ਪਾਕਿਸਤਾਨ ਨੂੰ ਚਲੇ ਜਾਣਗੇ। ਜੇ ਘੱਟ ਆ ਤੇ ਫਿਰ ਉਹ ਹਿੰਦੁਸਤਾਨ 'ਚ ਰਹਿਣਗੇ। ਔਰ ਜੇ ਸੀਟ ਤੋਂ ਬਾਬਾ ਸਾਹਿਬ ਜਿੱਤੇ ਸੀਗੇ ਉਹ ਸੀਟ ਦੀ ਜਿਹੜੀ ਆਬਾਦੀ ਸੀ ਮੁਸਲਮਾਨਾਂ ਦੀ ਸਿਰਫ 45% ਸੀ ਜੀ, ਹਿੰਦੂਆਂ ਦੀ ਆਬਾਦੀ 55% ਸੀ। ਫਿਰ ਵੀ ਉਹ ਕਿਸੇ ਨਾ ਕਿਸੇ ਸਾਜ਼ਿਸ਼ ਹੈ, ਉਹ 4 ਜ਼ਿਲ੍ਹੇ ਆ ਜਿਹਦਾ ਕਦੇ ਜ਼ਿਕਰ ਨਹੀਂ ਹੋਇਆ, ਕਦੇ ਇਤਿਹਾਸ ਵਿੱਚ ਗੱਲ ਨਹੀਂ ਹੈ ਵੀ ਉਹ ਜਿਹੜੇ ਪਾਕਿਸਤਾਨ ਨੂੰ ਦੇ ਦਿੱਤੇ ਆ। ਤੇ ਬਾਬਾ ਸਾਹਿਬ ਡਾਕਟਰ ਫਿਰ ਮਤਲਬ ਉੱਥੇ ਆ ਕੇ ਉਹ ਕਹਿੰਦੇ ਵੀ ਮੈਂ ਤਾਂ ਜਿਸ ਸਮਾਜ ਲਈ ਕੰਮ ਕਰਨਾ ਉਹ ਤਾਂ ਸਮਾਜ ਮੇਰਾ ਭਾਰਤ ਵਿੱਚ ਰਹਿੰਦਾ ਹੈ। ਬਿਲਕੁਲ ਬਿਲਕੁਲ। ਤੇ ਮੈਂ ਪਾਕਿਸਤਾਨ 'ਚ ਜਾ ਕੇ ਕੀ ਕਰਨਾ ਆ? ਫਿਰ ਉਹ ਅੰਗਰੇਜ਼ਾਂ ਕੋਲ ਪਹੁੰਚ ਕਰਦੇ ਆ। ਫਿਰ ਪਹੁੰਚ ਕਰਕੇ ਤੇ ਫਿਰ ਉਹ ਇਹ ਜਿਹੜੇ ਹਲਕੇ ਆ ਉਹਨਾਂ ਨਹੀਂ ਮੇਰੇ ਖਿਆਲ ਇੱਥੇ ਆ ਕੇ ਫਿਰ ਵੀ ਨਹੀਂ ਗੱਲ ਬਣਦੀ। ਫਿਰ ਜਾ ਕੇ ਮਹਾਰਾਸ਼ਟਰ ਦੀ ਇੱਕ ਸੀਟ ਜਿਹੜੀ ਕਾਂਗਰਸ ਨੂੰ ਫਿਰ ਇਹ ਬ੍ਰਿਟਿਸ਼ ਗਵਰਨਮੈਂਟ ਜਿਹੜੀ ਪ੍ਰਾਈਮ ਮਿਨਿਸਟਰ ਆ ਉਹ ਲਾਉਂਦੇ ਵੀ ਅਸੀਂ ਭਾਰਤ ਨੂੰ ਤਦ ਆਜ਼ਾਦ ਕਰਾਂਗੇ ਜੇ ਤੁਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਇਸ ਅਸੈਂਬਲੀ ਚ ਲੈਣੇ ਆ। ਹਾਂਜੀ, ਕਿਉਂਕਿ ਇਹ ਸਾਰਾ ਸਿਸਟਮ ਜਿਹੜਾ ਰਾਜਨੀਤੀ ਨਾਲ ਜੁੜਿਆ ਹੋਇਆ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਚਾਹੁੰਦੇ ਸੀ ਵੀ ਜਿਹੜੀਆਂ ਆਪਾਂ ਆਮ ਤੌਰ ਤੇ ਦੇਖਦੇ ਆ ਕਿ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਰਾਜਨੀਤਿਕ ਸੱਤਾ ਦੀ ਚਾਬੀ ਆ ਤੇ ਜਿੱਥੇ ਤੁਹਾਡੀਆਂ ਕਿਸਮਤਾਂ ਲਿਖੀਆਂ ਜਾਂਦੀਆਂ ਉਹ ਚਾਬੀ ਜਿੰਦਰੇ ਖੋਲ ਸਕਦੀ ਆ, ਉਹਦੇ ਲਈ ਰਾਜ ਸੱਤਾ ਵੱਲ ਜਾਓ। ਔਰ ਉਦੋਂ ਪਹਿਲਾਂ ਬਾਬਾ ਸਾਹਿਬ ਉਹਦਾ ਸਮਾਜ ਨੂੰ ਸੰਗਠਨ ਵੀ ਕਰਦੇ, ਪੜ੍ਹੋ ਜੁੜੋ ਸੰਘਰਸ਼ ਕਰੋ, ਸੰਗਠਨ ਕਰਕੇ ਫਿਰ ਤੁਸੀਂ ਰਾਜਨੀਤਿਕ ਪਲੇਟਫਾਰਮ ਬਣਾਓ ਤੇ ਉਹਦੇ ਦੇ ਲਈ ਇਹ ਜਦੋਜਹਿਦ ਕਰਦੇ ਆ। ਔਰ 1946 ਚ ਫਿਰ ਮਹਾਰਾਸ਼ਟਰ ਤੋਂ ਇਹਨਾਂ ਦਾ ਇੱਕ ਜਰਨਲ ਜਿਹੜੀ ਸੀਟ ਦੇ ਉੱਤੋਂ ਇੱਕ ਇਹਦਾ ਰਿਜ਼ਾਈਨ ਕਰਾਉਂਦੇ ਆ। ਵੈਸੇ ਉਹ ਰਿਜ਼ਾਈਨ ਨਹੀਂ ਕਰਾਉਂਦੇ, ਉਹ ਮੈਂ ਹੋਰ ਦਰਸ਼ਕਾਂ ਦੇ ਨਾਲ ਗੱਲ ਸਾਂਝੀ ਕਰਾਂ, ਉਹਦੀ ਜਿਹੜੀ ਆ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਬਣਦੀ ਨਹੀਂ ਸੀਗੀ। ਅੱਛਾ, ਹਾਂ, ਉਸ ਵਿਅਕਤੀ ਦੀ ਜਿਹੜੀ ਪੰਡਿਤ ਜਵਾਹਰ ਲਾਲ ਨਾਲ ਬਣਦੀ ਨਹੀਂ ਸੀਗੀ ਤੇ ਉਹਨਾਂ ਨੇ ਖੁਦ ਰਿਜ਼ਾਈਨ ਕੀਤਾ। ਔਰ ਕਾਂਗਰਸ ਨੇ ਦੇਖਿਆ ਕਿ ਇਹ ਸੀਟ ਖਾਲੀ ਹੋ ਗਈ ਹੈ ਤੇ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਕੋਲ ਕੋਈ ਗੱਲ ਬਣੀ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਉੱਥੋਂ ਜਿਤਾ ਕੇ ਸਭਾ ਚ ਲੈ ਆਉਂਦੇ ਆ। ਔਰ ਇੱਕ ਹੋਰ ਬਹੁਤ ਬਦਨ ਸਾਹਿਬ ਹੈਰਾਨੀ ਦੀ ਗੱਲ ਹੈ ਕਿਉਂਕਿ ਗੱਲਾਂ ਨਾਲ ਗੱਲ ਜੁੜਦੀ ਜਾ ਰਹੀ ਹੈ, ਆਪਣੇ ਹੋਰ ਵੀ ਬਹੁਤ ਸਾਰੇ ਸਵਾਲ ਹੈਗੇ ਆ ਤੇ ਕਾਫੀ ਲੰਬੀ ਗੱਲ ਹੋ ਗਈ। ਮੈਂ ਬਸ 1 ਮਿੰਟ ਚ ਇਸ ਗੱਲ ਨੂੰ ਕਲੋਜ਼ ਕਰਕੇ ਆਪਾਂ ਦੂਸਰੇ ਸਬਜੈਕਟ ਵੱਲ ਜਾਂਦੇ ਆ। ਔਰ ਜਿਹੜਾ ਤੇ ਆਪਣੇ ਇਹ ਸਰਦਾਰ ਪਟੇਲ ਆ, ਹਾਂਜੀ ਸਰਦਾਰ ਪਟੇਲ ਉਸ ਸਮੇਂ ਦੇ ਜਿਹਨੂੰ ਲੋਹ ਪੁਰਸ਼ ਕਹਿੰਦੇ ਆ, ਉਹ ਹੈਗੇ ਆ ਹੋਮ ਮਿਨਿਸਟਰ ਸੀਗੇ ਜੀ। ਔਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਿਹੜੇ ਆ ਇਸ ਸੀਟ ਤੋਂ ਜਿੱਤ ਕੇ ਆ ਰਹੇ ਆ ਔਰ ਉਹਨੇ ਪਬਲਿਕ ਹੀ ਇਹ ਗੱਲ ਕਹੀ ਆ ਕਿ ਅਸੀਂ ਜਿਹੜੀ ਆ ਸੰਵਿਧਾਨ ਸਭਾ ਦੇ ਬੂਹੇ ਬਾਰੀਆਂ ਦਾ ਕੀ ਰੋਸ਼ਨਦਾਨ ਵੀ ਬੰਦ ਕਰ ਦਿੱਤੇ ਆ ਕਰਦੇ ਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਿਸੇ ਤਰ੍ਹਾਂ ਇਹਦੇ ਚ ਆ ਕੇ ਦਿਖਾਵੇ। ਮਤਲਬ ਸਰਦਾਰ ਪਟੇਲ ਦੀ ਇਹ ਗੱਲ ਆ ਔਰ ਇਤਿਹਾਸ ਵਿੱਚ ਅੱਜ ਵੀ ਹਿਸਟਰੀ ਚ ਰਿਪੋਰਟ ਆ, ਇਤਿਹਾਸ ਚ ਦਰਜ ਆ। ਉਹਨਾਂ ਨੇ ਇਹ ਗੱਲ ਕਿਹਾ ਸੀ ਵੀ ਅਸੀਂ ਕਿਸੇ ਵੀ ਹਾਲਤ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਜਾਣ ਨਹੀਂ ਦੇਣੇ। ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਮਹਾਰਾਸ਼ਟਰ ਦੀ ਸੀਟ ਤੋਂ ਜਿੱਤ ਗਏ ਔਰ ਪਹਿਲੀ ਵਾਰੀ ਜਾ ਕੇ ਕਹਿੰਦੇ ਆ ਵੀ ਇਸ ਸਭਾ ਦੇ ਬੂਹੇ ਬਾਰੀਆਂ ਦਰਵਾਜ਼ੇ ਰੋਸ਼ਨਦਾਨ ਵੀ ਬੰਦ ਕਰਦੇ, ਪਰ ਮੈਂ ਆਪਣੀ ਜੁੱਤੀ ਦੇ ਜ਼ੋਰ ਦੇ ਨਾਲ ਉਹਨਾਂ ਨੂੰ ਤੋੜ ਕੇ ਅੱਜ ਸਭਾ 'ਚ ਦਾਖਲ ਹੋਇਆ ਤੇ ਹੁਣ ਮੈਨੂੰ ਕੋਈ ਰੋਕ ਕੇ ਦਿਖਾਵੇ। ਬਿਲਕੁਲ। ਸੋ ਇਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਸੀਗਾ ਕਿਉਂਕਿ ਇਹ ਸਾਰਾ ਸਿਸਟਮ ਜਿਹੜਾ 1936 ਤੋਂ ਲੈ ਕੇ 1942 ਚ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਆ, ਫਿਰ ਜਿਹੜੀ ਆ ਸੰਵਿਧਾਨ ਸਭਾ ਬਣਦੀ ਆ ਤੇ ਫਿਰ ਜਿਹੜੀ ਆ 46 ਤੋਂ ਬਾਅਦ ਸੰਵਿਧਾਨ ਸਭਾ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਆ। ਔਰ ਜਿਹੜੇ ਸੰਵਿਧਾਨ ਸਭਾ ਦੇ ਮੈਂਬਰ ਚੁਣੇ ਆ ਉਹ ਫਿਰ ਇੱਕ ਡਰਾਫਟਿੰਗ ਕਮੇਟੀ ਦਾ ਇਹਨਾਂ ਨੂੰ ਇੱਕ ਚੇਅਰਮੈਨ ਵੀ ਚੁਣ ਲੈਂਦੇ ਆ ਤੇ ਬਾਬਾ ਸਾਹਿਬ ਡਾਕਟਰ ਨੇ ਕਿਹਾ ਮੈਂ ਤਾਂ ਆਪਣੇ ਵਰਗ ਦੇ ਲੋਕਾਂ ਦੀ ਇੱਕ ਗੱਲ ਰੱਖਣ ਆਇਆ ਇਸ ਸਭਾ 'ਚ, ਇਸ ਜਿਹੜੀ ਆ ਕਮੇਟੀ ਦੇ ਵਿੱਚ, ਕਿ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਮੈਨੂੰ ਇਹ ਕੰਮ ਸੌਂਪ ਦੋਗੇ ਜਾਂ ਇਸ ਸਭਾ ਦਾ ਜਿਹੜਾ ਆ ਇੱਕ ਚੇਅਰਮੈਨ ਨਿਯੁਕਤ ਕਰ ਦੋਗੇ। ਸੋ ਇੱਥੇ ਤੱਕ ਦੀ ਜਿਹੜੀ ਇਹ ਪ੍ਰਕਿਰਿਆ ਬਾਬਾ ਸਾਹਿਬ ਡਾਕਟਰ ਦੀ ਸਾਰੀ ਰਾਜਨੀਤਿਕ ਪਾਰਟੀ ਨਾਲ ਰਿਲੇਟਡ ਸੀ। ਬਿਲਕੁਲ, ਜਿੱਦਾਂ ਤੁਸੀਂ ਦੱਸਿਆ ਜੱਖੂ ਸਾਹਿਬ, ਇਹਨਾਂ ਦੀ ਇੱਕ ਦੇਖੋ ਸੌੜੀ ਸੋਚ ਕਾਂਗਰਸ ਦੀ ਜੀ ਹੈ ਨਾ, ਉਹ ਇਸੇ ਹੀ ਕਰਕੇ ਉਹਨੂੰ ਉਹ ਜਿੱਦ ਕਰਕੇ ਉਹ ਜਿਹੜਾ ਸੀਗਾ ਖੁੱਲ੍ਹਣਾ ਉਹ ਵੈਸਟ ਬੰਗਾਲ ਨੂੰ ਦਿੱਤਾ ਗਿਆ। ਪਰ ਅਸੀਂ ਬਲਿਹਾਰੇ ਜਾਈ ਪੰਜਾਬੀਆਂ ਦੇ ਸਾਡੇ ਕਲਕੱਤੇ ਦੇ ਵਿੱਚ ਬਿਲਕੁਲ ਜੀ ਉਹਨਾਂ ਲੋਕਾਂ ਨੇ ਬੜਾ ਸਾਥ ਦਿੱਤਾ ਜੀ, ਉਹਨਾਂ ਦਾ ਵੀ ਯੋਗਦਾਨ ਰਿਹਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਬਹੁਤ ਸਾਥ ਦਿੱਤਾ। ਉਹ ਇਤਿਹਾਸ ਵਿੱਚ ਦਰਜ ਆ ਕਿ 4 ਨੰਬਰ ਦੇ ਵਿੱਚ ਲੋਕਾਂ ਨੇ ਬਾਬਾ ਸਾਹਿਬ ਦੇ ਬਰਾਬਰ ਆ ਖੜ ਗਏ, ਆਪਣੀ ਕੋਈ ਛੁਰੀ ਕੋਈ ਟਕੂਆ ਕੋਈ ਕੁਛ ਲੈ ਕੇ ਖੜ ਗਿਆ, ਕਹਿੰਦਾ ਕੋਈ ਨਹੀਂ ਤੁਸੀਂ ਬਾਬਾ ਸਾਹਿਬ ਤੁਸੀਂ ਖੜੇ ਹੋਵੋ ਜੀ ਜੀ
है ना। ਬਿਲਕੁਲ ਜੀ ਬਿਲਕੁਲ। ਮਤਲਬ ਉਹ ਫਿਰ ਉੱਥੋਂ ਦੇਖੋ ਜੋਗਿੰਦਰਨਾਥ ਮੰਡਲ ਜਿੱਤ ਕੇ ਪਾਕਿਸਤਾਨ ਜਾਂਦੇ ਔਰ ਉੱਥੇ ਦੇ ਹੋਮ ਮਿਨਿਸਟਰ ਬਣਦੇ ਆ ਔਰ ਪਹਿਲੇ ਗ੍ਰਹਿ ਮੰਤਰੀ ਬਣਦੇ ਆ। ਉਹਨਾਂ ਨੂੰ ਉੱਥੇ ਦੇ ਸੰਵਿਧਾਨ ਲਿਖਣ ਦੀ ਜ਼ਿੰਮੇਵਾਰੀ ਉਹਨਾਂ ਨੂੰ ਮਿਲਦੀ ਆ। ਉਹ ਜਦ ਕਿ OBC ਨਾਲ ਬਿਲੋਂਗ ਕਰਦੇ ਸੀ। ਇਧਰੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਪਹਿਲੇ ਜਿਹੜੇ ਆ ਬਣਦੇ ਆ ਇਹ ਕਾਨੂੰਨ ਮੰਤਰੀ, ਸੰਵਿਧਾਨ ਲਿਖਣ ਦੀ ਜਿਹੜੀ ਇਹਨਾਂ ਨੂੰ ਜ਼ਿੰਮੇਵਾਰੀ ਮਿਲਦੀ ਆ। ਔਰ ਇਹ ਬਹੁਤ ਵੱਡਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਯੋਗਦਾਨ ਆ, ਜਿਸ 'ਚ ਨਹੀਂ ਦੇਖ ਲਓ 2 ਸਾਲ 11 ਮਹੀਨੇ 18 ਦਿਨ ਦੀ ਮਿਹਨਤ ਦੇ ਨਾਲ ਇਹ ਸੰਵਿਧਾਨ ਤਿਆਰ ਕਰਕੇ ਜਿਹੜਾ ਦਿੱਤਾ। ਔਰ 7000 ਤੋਂ ਵੱਧ ਜਿਹੜੀਆਂ ਮਤਲਬ ਉਹ ਇਹਦੇ ਤੇ ਮਤਲਬ ਜਿਹੜੇ ਸਵਾਲ ਆਏ ਆ, 7000 ਤੋਂ ਵੱਧ ਜਿਹੜੀਆਂ ਲੋਕਾਂ ਦੀਆਂ ਨਾ ਇਹ ਆਈਆਂ ਆ ਮਤਲਬ ਇਹ ਜਿਹੜੀਆਂ ਸਾਰੀਆਂ ਬਈ ਇਹਦੇ ਚ ਆ ਰੱਖਿਆ ਜਾਵੇ ਨਾ। ਔਰ 5000 ਉਹਨੂੰ ਖਾਰਜ ਕੀਤਾ, 2000 ਨੂੰ ਸੋਧ ਕਰਕੇ ਵਿੱਚ ਸ਼ਾਮਲ ਵੀ ਕੀਤਾ। ਔਰ ਮੈਂ ਸਮਝਦਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਲੋ ਸੰਵਿਧਾਨ ਸਭਾ ਚ ਪਤਾ ਨਹੀਂ ਕਿੰਨੀ ਵਾਰੀ ਉੱਠਦੇ ਹੋਣਗੇ। ਇੱਕ ਤਾਂ ਮਤਲਬ ਆਪਣਾ ਜਿਹੜਾ ਏਜੰਡਾ ਉਹਨੂੰ ਪ੍ਰੋਡਿਊਸ ਕਰਨ ਦੇ ਲਈ, ਇੱਕ ਉਹਨੂੰ ਐਕਸਪਲੇਨ ਕਰਨ ਲਈ, ਇੱਕ ਡਿਫੈਂਡ ਕਰਨ ਦੇ ਲਈ। ਮੋਰ 25 ਤੋਂ 30 ਵਾਰੀ ਜਾਂ 15 ਤੋਂ 18 ਵਾਰੀ ਉਹ ਕੱਲੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਉਸ ਸਭਾ ਚ ਉੱਠ ਕੇ ਜਿਹੜੇ ਸਵਾਲਾਂ ਦਾ ਜਵਾਬ ਦਿੰਦੇ ਸੀਗੇ। ਜਿਹੜਾ ਖਰੜਾ ਬਣਾਇਆ ਉਹਨੂੰ ਪੇਸ਼ ਕਰਨਾ, ਫਿਰ ਜਿਹੜੀਆਂ ਲੋਕਾਂ ਦੀਆਂ ਮਤਲਬ ਸਵਾਲ ਆਏ ਉਹਨਾਂ ਦਾ ਜਵਾਬ ਦੇਣਾ, ਤੇ ਫਿਰ ਉਸ ਖੜੇ ਨੂੰ ਐਕਸਪਲੇਨ ਕਰਨਾ। ਇਹ ਸਾਰੇ ਕੰਮ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਰਦੇ ਸੀ। ਬੜੀ ਮਿਹਨਤ ਕੀਤੀ। ਬਿਲਕੁਲ ਜੀ ਬਿਲਕੁਲ। ਕਿੰਨੀ ਬਿਮਾਰ ਹੁੰਦੇ ਵੀ ਦੇਖੋ ਤੁਸੀਂ ਜੀ। ਚਲੋ ਆਪਾਂ ਤੁਹਾਡੇ ਤੋਂ ਅਗਲਾ ਸਵਾਲ ਪੁੱਛਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਹੋਰ ਇਨਫੋਰਮੇਸ਼ਨ ਆ ਜੀ, ਸਾਂਝੀ ਕਰੋ। ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਬੁੱਧ ਧਰਮ ਵਿੱਚ ਕਥੀਨਾ ਦਾ ਤਿਉਹਾਰ ਜੋ ਹੈ ਉਹ ਸ਼ਾਇਦ ਸਭ ਤੋਂ ਵੱਧ ਚਾਅ, ਉਲਹਾਸ ਤੇ ਬਹੁਤ ਹੀ ਸ਼ਰਧਾ ਭਾਵਨਾ ਨਾਲ 3 ਮਹੀਨੇ ਦੇ ਵਰਸ਼ਾਬਾਦ ਤੋਂ ਬਾਅਦ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਜੀ। ਇਸ ਸਾਲ ਦੀ ਕਥੀਨਾ 12 ਨਵੰਬਰ 2023 ਨੂੰ ਬੁੱਧ ਵਿਹਾਰ ਵੁਲਵਰਹੈਂਪਟਨ ਵਿੱਚ ਮਨਾਈ ਜਾਵੇਗੀ। ਇਸ ਸਾਲ ਦੀ ਕਥੀਨਾ ਸਾਡੇ ਬਹੁਤ ਹੀ ਸਤਿਕਾਰਯੋਗ ਅਤੇ ਮਾਨਯੋਗ ਉਪਾਸਿਕਾ ਊਸ਼ਾ ਕੁਮਾਰੀ ਤੇ ਉਹਨਾਂ ਦੀਆਂ ਬੇਟੀਆਂ ਜੋਤੀਮਾ ਅਤੇ ਮਨਿਕਾ ਆਜ਼ਾਦ ਵੱਲੋਂ ਬੜੀ ਧੂਮ-ਧਾਮ ਨਾਲ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਸੋ ਪਲੀਜ਼ ਯਾਦ ਰੱਖਣਾ, ਠੀਕ ਹੈ, ਥੋੜਾ ਜਿਹਾ ਅਰਲੀ ਆ ਪਰ ਫਿਰ ਵੀ ਕੈਲੰਡਰ ਮਾਰਕ ਕਰ ਲੈਣਾ 12 ਨਵੰਬਰ 2023 ਨੂੰ ਆ ਕੇ ਕਥੀਨਾ ਫੈਸਟੀਵਲ ਦੀ ਰੌਣਕ ਵਧਾਓ। ਜੇ ਅਸੀਂ ਵਰਸ਼ਾਬਾਦ ਦੀ ਗੱਲ ਕਰਦੇ ਹਾਂ ਤੇ ਆਪਾਂ ਇਸ ਪ੍ਰੋਗਰਾਮ ਨੂੰ ਥੋੜਾ ਜਿਹਾ ਧਾਰਮਿਕ ਰੰਗ ਦਿੰਦੇ ਹੋਏ ਮੈਂ ਇੱਕ ਗੀਤ ਚੁਣਿਆ ਸੀਗਾ। ਮੈਂ ਬੇਨਤੀ ਕਰਾਂਗਾ ਕਿ ਉਹ ਗੀਤ ਪਲੀਜ਼ ਪਲੇ ਕਰ ਦਿੱਤਾ ਜਾਵੇ। बुद्धं शरणं गच्छामि धम्मं शरणं गच्छामि संघं शरणं गच्छामि। घबराए जब मन अनमोल, हृदय हो उठे डामाडोल। घबराए जब मन अनमोल और हृदय हो डावाडोल, तब मानो तू मुख से बोल बुद्धं शरणं गच्छामि। तब मानो तू मुख से बोल बुद्धं शरणं गच्छामि। बुद्धं शरणं गच्छामि धम्मं शरणं गच्छामि संघं शरणं गच्छामि। जब अशांति का राग उठे, लाल लहू का भाग उठे, हिंसा की वो आग उठे, मानव में पशु जाग उठे, ऊपर
बाहर से मुस्काते घन, भीतर जहर रहे तू घो, तब मानो तू मुख से बोल बुद्धं शरणं गच्छामि, तब मानो तू मुख से बोल बुद्धं शरणं गच्छामि। बुद्धं शरणं गच्छामि, धम्मं शरणं गच्छामि, संघं शरणं गच्छामि। बुद्धं शरणं गच्छामि। जब दुनिया से प्यार उठे, जब दुनिया से प्यार उठे, नफरत की दीवार उठे, माँ की ममता पर जिस दिन बेटे की तलवार उठे, धरती की काया कांपे, अंबर जगमग उठे डोल, तब मानो तू मुख से बोल बुद्धं शरणं गच्छामि, तब मानो तू मुख से बोल बुद्धं शरणं गच्छामि। बुद्धं शरणं गच्छामि, धम्मं शरणं गच्छामि, संघं शरणं गच्छामि। दूर किया जिसने जन जन के, व्याकुल मन का अंधियारा, जिसकी एक किरण को छूकर चमक उठा ये जग सारा। दीप सत्य का सदा जले, दया अहिंसा सदा पले, सुख शांति की छाया में जनगण मन का प्रेम पले। भारत के भगवान बुद्ध का गूंजे घर घर मंत्र अमोल, हे मानव नित मुख से बोल बुद्धं शरणं गच्छामि, हे मानव नित मुख से बोल बुद्धं शरणं गच्छामि। बुद्धं शरणं गच्छामि, धम्मं शरणं गच्छामि, संघं शरणं गच्छामि। बुद्धं शरणं गच्छामि, धम्मं शरणं गच्छामि, संघं शरणं गच्छामि। आप अपने हुणे गाना सुनिया, मैनूं पूरी उम्मीद है कि आपको जरूर पसंद आया होगा। बुद्धं शरणं गच्छामि, प्राणी मुख से बोल बुद्धं शरणं गच्छामि। सो इस प्रोग्राम ਨੂੰ ਫਿਰ ਅੱਗੇ ਵਧਾਉਣ ਤੋਂ ਪਹਿਲਾਂ ਸਾਡੇ ਦਰਸ਼ਕ फ़ोन कर रहे हैं, उन्होंने जो फीडबैक है उन्होंने दसना बहुत ज़रूरी है। मदन सरोज लंडन तो प्रोग्राम बहुत अच्छा है, लिख रहे जखू जी बहुत अच्छी जानकारी जानते हैं। मूर्तिमल भजनोमल जी प्रोग्राम बहुत अच्छा है। सोहनलाल सांपला जी जर्मन तो बहुत ही कमाल प्रोग्राम है, बहुत ही वधिया जानकारी है। नरेश मंडार कविता मंडार लाहौरी राम बाली जी को निੱਘੀ श्रद्धांजलि देंगे हैं। अमिताभ कौलधार दर्शना कौलधार जी
ਪ੍ਰੋਗਰਾਮ ਬਹੁਤ ਹੀ ਵਧੀਆ ਹੈ ਤੇ ਰਮੇਸ਼ ਦਾਦਰਾ ਮੀਨਾ ਦਾਦਰਾ ਬਰਮਿੰਘਮ ਤੋਂ ਪ੍ਰੋਗਰਾਮ ਪਸੰਦ ਕਰਦੇ ਹਨ। ਡਾਲਿਸਟਨ ਤੋਂ ਰਾਮ ਚੱਲੀ ਤੇ ਮਿੰਦੋ ਚੱਲੀ ਜੀ ਪ੍ਰੋਗਰਾਮ ਬਹੁਤ ਵਧੀਆ ਹੈ। ਹਰਮੇਸ਼ ਜੱਸਲ ਸਤਿਆ ਜੱਸਲ ਪ੍ਰੋਗਰਾਮ ਪਸੰਦ ਕਰਦੇ ਹਨ। ਬਲਦੇਵ ਵਿਰਦੀ ਨੰਜੂ ਵਿਰਦੀ ਜੀ ਪ੍ਰੋਗਰਾਮ ਬਹੁਤ ਹੀ ਲਾ ਕਮਾਲ ਹੈ। ਪ੍ਰੇਮ ਚਮਕੀਲਾ ਨਰਿੰਦਰ ਕੌਰ ਪ੍ਰੋਗਰਾਮ ਪਸੰਦ ਕਰਦੇ ਹਨ। ਸ਼ਾਦੀ ਸਲਨ ਸਤਿਆ ਸਲਨ ਜੀ ਪ੍ਰੋਗਰਾਮ ਵਾਟ ਏ ਫੈਂਟਾਸਟਿਕ ਪ੍ਰੋਗਰਾਮ। ਨਰਮਲਾ ਭਾਟੀਆ ਜੀ ਪ੍ਰੋਗਰਾਮ ਪਸੰਦ ਕਰਦੇ ਹਨ। ਉਰਮਲਾ ਕੌਲ ਜੀ ਪ੍ਰੋਗਰਾਮ ਪਸੰਦ ਕਰਦੇ ਹਨ। ਤਰਸੇਮ ਕੌਲ ਦੇਬੋ ਕੌਲ ਜੀ ਪ੍ਰੋਗਰਾਮ ਪਸੰਦ ਕਰਦੇ ਹਨ ਅਤੇ ਦੇਵ ਸੁਮਨ ਬਖਸ਼ ਸੁਮਨ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹਨ। ਦੀਸ਼ ਦਾਦਰਾ ਸਮਿਤਰੀ ਦਾਦਰਾ ਜੀ ਪ੍ਰੋਗਰਾਮ ਨੂੰ ਪਸੰਦ ਕਰਦੇ ਹਨ। ਮਦਨ ਚੌਹਾਨ ਅਤੇ ਨਿਰਮਲਾ ਚੌਹਾਨ ਜੀ ਪ੍ਰੋਗਰਾਮ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ। ਹੰਸਰਾਜ ਮੈਮੀ ਜੀ ਪਾਲੋ ਮੈਮੀ ਵਟ ਏ ਫੈਂਟਾਸਟਿਕ ਪ੍ਰੋਗਰਾਮ। ਆਂਟੀ ਨੰਜੋ ਜੀ ਬੇਟਾ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ। ਥੈਂਕ ਯੂ ਮਾਈਕ। ਸੋਹਣਾ ਰੱਤੂ ਜੀ ਅਤੇ ਸਾਰੇ ਪ੍ਰੋਗਰਾਮ ਦੇਖ ਕੇ ਪਸੰਦ ਕਰ ਰਹੇ ਹਨ। ਸ਼ੀਸ਼ ਬੱਦਨ ਜੀ ਪ੍ਰੋਗਰਾਮ ਪਸੰਦ ਕਰਦੇ ਹਨ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇੱਕ ਲਾਈਵ ਕਾਲ ਆਈ ਆ ਅਸੀਂ ਪ੍ਰੋਗਰਾਮ ਨੂੰ ਅੱਗੇ ਤੋਂ ਬੁਲਾਉਣ। ਹੈਲੋ ਨਮੋ ਬੁੱਧਾ ਜੈ ਭੀਮ। ਹੈਲੋ हाँ जी, नमो बुद्धा जय भीम जी। कौन थे कितों बोल रहे हैं जी? मैं खुशीराम बोल रहा हूँ वैनकूवर से। खुशीराम जी आपका लोटस टीवी पर बहुत बहुत स्वागत है। ये तो हमारे लिए बड़े फख्र की बात है कि आप हमारे प्रोग्राम में आए। आपका बहुत बहुत स्वागत है। हेलो। हेलो हाँ जी। हाँ जी खुशीराम जी आपका प्रोग्राम पर बहुत बहुत स्वागत है ਤੁਹਾਡਾ। थैंक यू वेरी मच। बहुत दूर तो आए हो। थैंक यू। थैंक यू। ਕੀ ਕਹਿਣਾ ਚਾਹੋਗੇ? मैं उन्होंने नाल गल करनी चाहना ऑन टेलीफोन। हाँ जी हाँ जी करो करो करो। ओके। हाँ जी हेलो। हेलो करो करो गल करो तुसी। हाँ, मैं खुशीराम बोल रहा हूँ वैनकूवर से। जी आपका प्रोग्राम एज यूजुअल बहुत बढ़िया चल रहा है और बाबा साहब डॉक्टर अम्बेडकर की बाबत आप जो लोगों को ज्ञान देते हो उसके लिए बहुत ही श्लाघा योग है। और मैं खास तौर पर जक्खू साहब का जो बाबा साहब के मतलब उनकी वाकफियत है, उसका जो दायरा है, उसका जो गहराई है, मैं उसकी खास तौर पर दाद देना चाहता हूँ। और अभी आपने जिक्र किया है कि आप बाली साहब को भी श्रद्धांजलि पेश करना चाहते हैं। वो मेरे परम मित्र थे। काफी सालों तक मेरा उनके साथ वास्ता रहा। वैनकूवर में जब आते थे तो मेरे घर वो जरूर आया करते थे। मैं उनको आज के दिन दोबारा अपनी श्रद्धांजलि पेश करना चाहता हूँ। थैंक यू वेरी मच। थैंक यू खुशीराम जी आपका बहुत बहुत शुक्रिया। थैंक यू वेरी मच आप आए। थैंक यू। ओके बैक टू द प्रोग्राम नाउ। ओके जक्खू साहब जी बाबा साहब ने ऑल इंडिया शेड्यूल्ड कास्ट पार्टी बनाई तो उस तो बाद फिर किहड़ी पार्टी फिर बनाई बाबा साहब ने? ਜੀ ਬਦਨ ਸਾਹਿਬ ਸਭ ਤੋਂ ਪਹਿਲਾਂ ਤਾਂ ਥੈਂਕ ਯੂ ਦਰਸ਼ਕਾਂ ਦਾ ਔਰ ਜਿਨ੍ਹਾਂ ਨੇ ਇਸ ਲਾਈਵ ਕਾਲ ਦੇ ਵਿੱਚ ਕਾਲ ਕਰਕੇ ਆਪਣੀ ਹਾਜ਼ਰੀ ਲਵਾਈ ਆ, ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਆਪਾਂ ਜ਼ਿਕਰ ਕਰ ਰਹੇ ਹਾਂ ਜੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਪੋਲੀਟੀਕਲ ਜਿਹੜੀ ਆ ਪਾਰਟੀਆਂ ਦੇ, ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਜਿਹੜੀ ਆ ਪੋਲੀਟੀਕਲ ਮੈਚੋਰਟੀ ਬਹੁਤ ਸੀਗੀ, ਪੋਲੀਟੀਕਲ ਨੂੰ ਲੈ ਕੇ ਇੱਕ ਬਹੁਤ ਸਮਝ ਸੀਗੀ। ਵੈਸੇ ਤਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਹਰ ਫੀਲਡ 'ਚ ਕੰਮ ਕੀਤਾ ਆ। ਉਹਨਾਂ ਨੇ ਸਮਾਜਿਕ ਪੱਧਰ 'ਤੇ, ਆਰਥਿਕ ਪੱਧਰ 'ਤੇ ਰਾਜਨੀਤਿਕ ਪੱਧਰ 'ਤੇ, ਐਂਡ 'ਤੇ ਧਾਰਮਿਕ ਪੱਧਰ, ਚਾਰੇ ਫੀਲਡਾਂ ਦੇ ਵਿੱਚ ਪੂਰਾ ਜਿਹੜਾ ਕੰਮ ਕੀਤਾ। ਅਖੀਰ 'ਤੇ ਸਾਨੂੰ ਜਿਹੜਾ ਉਹ ਧਰਮ ਵੀ ਦੇ ਗਿਆ ਜੀ। ਸੋ ਆਪਾਂ ਅੱਜ ਜਿਹੜੀ ਗੱਲ ਕਰ ਰਹੇ ਹਾਂ ਬਾਬਾ ਸਾਹਿਬ ਡਾਕਟਰ ਦੀ ਰਾਜਨੀਤਿਕ ਪਾਰਟੀਆਂ ਦੇ ਵਿਸ਼ੇ 'ਤੇ ਆਪਾਂ ਅੱਜ ਗੱਲ ਕਰ ਰਹੇ ਹਾਂ। ਸੋ ਇਸ ਪਾਰਟੀ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਜਿਹੜੀਆਂ ਦੋ ਪਾਰਟੀਆਂ ਬਣਾਈਆਂ, ਆਪਾਂ ਉਹਦਾ ਜ਼ਿਕਰ ਕੀਤਾ ਆ, ਇੰਡੀਪੈਂਡੈਂਟ ਲੇਬਰ ਪਾਰਟੀ ਤੇ ਆਲ ਇੰਡੀਆ ਸ਼ਡਿਊਲ ਕਾਸਟ ਫੈਡਰੇਸ਼ਨ ਪਾਰਟੀ। ਨਾਲ ਦੀ ਨਾਲ ਆਪਾਂ ਜ਼ਿਕਰ ਕੀਤਾ ਸੰਵਿਧਾਨ ਸਭਾ ਦਾ, ਔਰ ਸੰਵਿਧਾਨ ਬਣ ਕੇ ਤਿਆਰ ਹੋ ਗਿਆ। 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ ਔਰ 15 ਅਗਸਤ 1947 ਤੋਂ ਬਾਅਦ ਇੱਕ ਕੋਲੀਸ਼ਨ ਸਰਕਾਰ ਬਣਦੀ ਆ ਜੀ। ਤੇ ਵੈਸੇ ਤਾਂ ਆਪਾਂ ਇਹਨੂੰ ਕਹਿ ਸਕਦੇ ਹਾਂ ਪਾਵਰ ਆਫ ਟਰਾਂਸਫਰ ਜੀ। ਹਾਂ, ਕੋਈ ਇਲੈਕਸ਼ਨ ਨਹੀਂ ਸੀ ਹੋਈ। 1947 ਤੇ ਇੱਕ ਕੋਲੀਸ਼ਨ ਸਰਕਾਰ ਬਣਦੀ ਹੈ, ਇੱਕ ਰਲੀ ਮਿਲੀ ਸਰਕਾਰ ਬਣਦੀ, ਨਾ ਕਿ ਇਕੱਲੀ ਕਾਂਗਰਸ ਦੀ ਸਰਕਾਰ ਹੁੰਦੀ ਆ। ਔਰ 47 ਤੋਂ 52 ਚ 5 ਸਾਲ ਇਹ ਸਰਕਾਰ ਚੱਲਦੀ ਔਰ ਇਸ ਸਰਕਾਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਇੱਕ ਕੈਬਨਿਟ ਮੰਤਰੀ ਦੇ ਤੌਰ ਤੇ ਜਿਹੜੇ ਆ ਚੁਣੇ ਜਾਂਦੇ ਆ। ਸੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਪਹਿਲੀ ਵਾਰੀ ਜਿਹੜੀ ਆ ਇੱਕ ਇਹਨਾਂ ਨੂੰ ਲਾਅ ਮਿਨਿਸਟਰ ਦਾ ਜਿਹੜਾ ਕੈਬਨਿਟ ਦਾ ਉਹਦਾ ਮਿਲਦਾ ਆ, ਲਾਅ ਮੰਤਰੀ ਦੇ ਤੌਰ ਤੇ ਕੰਮ ਕਰਦੇ, ਕਿਉਂਕਿ ਇਹਨਾਂ ਦੀ ਪੜ੍ਹਾਈ ਬਹੁਤ ਸੀਗੀ
ਤੇ ਗਵਰਨਮੈਂਟ ਨੂੰ ਪਤਾ ਸੀਗਾ ਵੀ ਇਹਦੇ ਪੈਰਲਰ ਕੋਈ ਵਿਅਕਤੀ ਹੋਰ ਹੈ ਨਹੀਂਗਾ, ਸੋ ਇਹਨਾਂ ਨੂੰ ਜਿਹੜਾ ਆਪਣੇ ਕਾਨੂੰਨ ਮੰਤਰੀ ਦਾ ਜਿਹੜਾ ਇਹ ਅਹੁਦਾ ਦਿੰਦੇ ਆ। ਸੋ ਉਸ ਕਾਨੂੰਨ ਮੰਤਰੀ 'ਚ ਇਹਨਾਂ ਨੇ 3 ਸਾਲ ਕੰਮ ਕੀਤਾ 1950 ਤੱਕ ਜੀ। 1950 ਦੇ ਵਿੱਚ ਬਹੁਤ ਸਾਰੇ ਜਿਹੜੇ ਆ ਵਿਸ਼ਿਆਂ ਦੇ ਮਤਭੇਦ ਸਰਕਾਰ ਦੇ ਨਾਲ ਬਾਬਾ ਸ੍ਰੀ ਗੁਰੂ ਦੇ ਰਹੇ ਆ। ਜੀ। ਔਰ ਮੈਂ ਇੱਕ ਹੋਰ ਬਦਨ ਸਾਹਿਬ ਜਾਣਕਾਰੀ ਸਾਂਝੀ ਕਰਦਾ, ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਆ ਬਈ ਪਹਿਲੀ ਵਾਰੀ ਕਾਂਗਰਸ ਨੇ ਇਹਨਾਂ ਨੂੰ ਜਿਤਾ ਕੇ ਲਿਆਂਦਾ ਔਰ ਕਾਂਗਰਸ ਨੇ ਮਿਨਿਸਟਰ ਬਣਾਇਆ ਔਰ ਕਾਂਗਰਸ ਦੀ ਸਰਕਾਰ ਦੇ ਵਿੱਚ ਪਹਿਲੇ ਕਾਨੂੰਨ ਮੰਤਰੀ ਬਣੇ। ਮਤਲਬ ਇਸ ਤਰ੍ਹਾਂ ਨਹੀਂ, ਇਹ ਰਲੀ ਮਿਲੀ ਸਰਕਾਰ ਦੇ ਵਿੱਚ ਬਣੇ, ਕੋਲੀਸ਼ਨ ਸਰਕਾਰ 'ਚ ਬਣੇ, ਕਾਂਗਰਸ ਦੀ ਮਜਬੂਰੀ ਸੀਗੀ। ਬਾਬਾ ਸਰਵਰ ਨੇ ਕਦੇ ਵੀ ਕਾਂਗਰਸ ਦੀ ਜਿਹੜੀ ਆ ਮੈਂਬਰਸ਼ਿਪ ਨਹੀਂ ਲਈ, ਕਦੇ ਵੀ ਕਾਂਗਰਸ ਦਾ ਜ਼ਿਕਰ ਨਹੀਂ ਕੀਤਾ, ਨਾ ਕਦੇ ਕਾਂਗਰਸ ਦੀਆਂ ਮੀਟਿੰਗਾਂ ਦੇ ਵਿੱਚ ਹਾਜ਼ਰ ਹੋਏ ਆ। ਔਰ ਉਹਨਾਂ ਦੀ ਆਪਣੀ ਵਿਚਾਰਧਾਰਾ ਰਹੀ, ਹਮੇਸ਼ਾ ਕਾਂਗਰਸ ਦੇ ਨਾਲ ਮਤਭੇਦ ਰਹੇ ਆ। ਜਿੱਥੇ ਕਿਤੇ ਮਤਭੇਦਤਾ ਉਹਨਾਂ ਦੀ ਹੁੰਦੀ ਸੀਗੀ ਉੱਥੇ ਉਹਨਾਂ ਦਾ ਵਖਰੇਵਾ ਰਿਹਾ, ਔਰ ਜਿੱਥੇ ਕਿਤੇ ਉਹਨਾਂ ਨੂੰ ਸਹੀ ਲੱਗਦਾ ਸੀ ਉੱਥੇ ਉਹਨਾਂ ਨੇ ਸਹਿਯੋਗ ਦਿੱਤਾ ਆ। ਔਰ 1950 ਤੱਕ ਬਾਬਾ ਸਾਹਿਬ ਅੰਬੇਡਕਰ ਨਾਲ ਦੀ ਨਾਲ ਇੱਕ ਹਿੰਦੂ ਕੋਡ ਬਿੱਲ ਵੀ ਬਣਾਉਂਦੇ ਸੀਗੇ ਜੀ। ਔਰ ਹਿੰਦੂ ਕੋਡ ਬਿੱਲ ਇੱਕ ਔਰਤਾਂ ਨੂੰ ਬਹੁਤ ਸਾਰੇ ਜਿਹੜੇ ਅਧਿਕਾਰ ਇਸ ਬਿੱਲ 'ਚ ਦਿੱਤੇ। ਔਰ ਪੰਡਿਤ ਜਵਾਹਰ ਲਾਲ ਨਹਿਰੂ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੈਂ ਇਸ ਬਿੱਲ ਨੂੰ ਹੂਬਹੂ ਜਿਹੜਾ ਲਾਗੂ ਕਰੂੰਗਾ, ਪਰ ਉਹ ਕਰ ਨਹੀਂ ਸਕਿਆ। ਉਸ ਸਮੇਂ 'ਚ ਬਹੁਤ ਸਾਰੀਆਂ ਔਰਤਾਂ ਨੂੰ ਗਿਆਨ ਨਹੀਂ ਸੀਗਾ ਔਰ ਔਰਤਾਂ ਨੇ ਖੁਦ ਵੀ ਜਿਨ੍ਹਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਸੀ, ਜਿਨ੍ਹਾਂ ਨੂੰ ਅਧਿਕਾਰ ਮਿਲਣੇ ਸੀਗੇ, ਉਹ ਵੀ ਵਿਰੋਧ ਕਰ ਰਹੀਆਂ ਸੀ, ਉਹਨੂੰ ਵੀ ਵਿਰੋਧ ਕਰ ਰਹੀਆਂ ਸੀ। ਤੇ ਇਸ ਕਰਕੇ ਉਹ ਫਿਰ ਬਿੱਲ ਬਾਅਦ ਵਿੱਚ ਹੌਲੀ ਹੌਲੀ ਤੋੜ ਮਰੋੜ ਕੇ ਥੋੜਾ ਜ਼ਰੂਰ ਪੇਸ਼ ਕੀਤਾ ਗਿਆ ਔਰ ਲਾਗੂ ਹੋਇਆ। ਔਰ 1950 ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਨੂੰ ਆਪਣੀ ਗੱਲ ਰੱਖਣ ਦਾ ਜਿਹੜਾ ਮਤਲਬ ਟਾਈਮ ਨਹੀਂ ਸੀ ਦਿੰਦੇ, ਜਿੱਦਾਂ ਅੱਜ ਹੁੰਦਾ ਨਾ, ਕਿਉਂਕਿ ਹੁਣ ਜਿਹੜੀਆਂ ਦੂਸਰੀਆਂ ਸਰਕਾਰਾਂ ਜਿਨ੍ਹਾਂ ਦੇ ਮੰਤਰੀ ਹੈਗੇ ਆ, ਸੋ ਜਿਨ੍ਹਾਂ ਨੂੰ ਗੱਲ ਰੱਖਣ ਦਾ ਮੌਕਾ ਨਹੀਂ। ਆਪਾਂ ਹੁਣ ਭੈਣ ਕੁਮਾਰੀ ਮਾਇਆਵਤੀ ਦੀ ਗੱਲ ਕਰਦੇ, ਉਹਨਾਂ ਨੂੰ ਗੱਲ ਨਹੀਂ ਰੱਖਣ ਦਿੱਤੀ ਤੇ ਉਹਨਾਂ ਨੂੰ ਰਿਜ਼ਾਈਨ ਕਰਨਾ ਪਏ। ਇਸੇ ਹੀ ਤਰ੍ਹਾਂ ਇਸੇ ਹੀ ਮਤਲਬ ਤਰਜ਼ ਤੇ ਬਾਬਾ ਸਾਹਿਬ ਨੂੰ ਗੱਲ ਨਹੀਂ ਸੀ ਆਪਣੀ ਰੱਖਣ ਦਿੰਦੇ ਤੇ ਉਹਨਾਂ ਨੂੰ ਰਿਜ਼ਾਈਨ ਕਰਨਾ ਪਿਆ। ਔਰ ਰਿਜ਼ਾਈਨ ਕਰਕੇ 1950 ਤੋਂ ਬਾਅਦ ਫਿਰ ਉਹ ਇਸ ਫੀਲਡ ਦੇ ਵਿੱਚ ਕੁੱਦਦੇ ਆ। ਔਰ 1950 ਦੇ ਵਿੱਚ ਜਾਂ 1951 ਦੇ ਵਿੱਚ ਫਿਰ ਉਹ ਪੰਜਾਬ ਦੇ ਵਿੱਚ ਵੀ 3 ਦੌਰੇ ਕਰਦੇ ਆ ਜੀ। ਔਰ 3 ਦੌਰੇ ਕਰਦੇ ਔਰ ਇਹ ਆਪਣੀ ਪਾਰਟੀ ਦਾ ਪ੍ਰਚਾਰ ਪ੍ਰਸਾਰ ਕਰਦੇ, ਲੋਕਾਂ ਨੂੰ ਪ੍ਰੇਰਿਤ ਕਰਦੇ ਆ ਕਿ ਤੁਸੀਂ ਇਸ ਪਾਰਟੀ ਨੂੰ ਜਿਤਾਓ, ਤੁਹਾਡੀਆਂ ਜਿਹੜੀਆਂ ਮਤਲਬ ਸਮੱਸਿਆਵਾਂ ਦਾ ਹੱਲ ਜਿਹੜਾ ਸਦਨ ਦੇ ਵਿੱਚ ਜਾ ਕੇ ਹੋਣਾ ਆ। ਸੋ ਇਸ ਤਹਿਤ ਫਿਰ 1950 ਤੋਂ ਬਾਅਦ ਫਿਰ ਉਹ ਡਾਇਰੈਕਟ ਜਿਹੜੇ ਆ ਉਹ ਰਾਜਨੀਤਿਕ ਫੀਲਡ ਵਿੱਚ ਆ ਜਾਂਦੇ ਆ ਔਰ ਰਾਜਨੀਤੀ ਦੀ ਜਿਹੜੀ ਆ ਗੱਲ ਕਰਦੇ। ਔਰ ਫਿਰ ਇਹ ਆਪਣੇ ਬਦਨ ਸਾਹਿਬ ਜਿਹੜੀ 1952 ਤੋਂ ਬਾਅਦ ਜਿਹੜੀਆਂ ਚੋਣਾਂ ਹੋਣੀਆਂ ਸੀਗੀਆਂ, 1952 ਤੋਂ ਬਾਅਦ 1957 ਦੀਆਂ ਚੋਣਾਂ ਦੇ ਵਿੱਚ ਫਿਰ ਇਹਨਾਂ ਨੂੰ ਬਹੁਤ ਘੱਟ ਜਿਹੜੀ ਆ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ। ਕਾਂਗਰਸ ਬਹੁਤ ਜ਼ੋਰ ਲਾਉਂਦੀ ਆ, ਇਹ ਸੱਤਾ ਦੇ ਵਿੱਚ ਨਹੀਂ ਜਾਂਦੇ। ਔਰ ਫਿਰ ਬਾਬਾ ਸਾਹਿਬ ਫਿਰ ਚਿੰਤਨ ਮੰਥਨ ਕਰਦੇ ਆ ਵੀ ਕਾਰਨ ਕੀ ਆ। ਫਿਰ ਇਹ ਸੋਚਦੇ ਵੀ ਸ਼ਾਇਦ ਕਿਤੇ ਇੱਕ ਵਰਗ ਦੀ ਪਾਰਟੀ ਨਾ ਬਣ ਕੇ ਰਹਿ ਜਾਵੇ, ਜਿਹੜੀ ਸ਼ਡਿਊਲ ਕਾਸਟ ਨਾਂ ਦੇ ਤੌਰ ਤੇ ਵੀ ਉਹੀ ਵਰਗ ਨਾਂ ਵਿੱਚ ਆਉਂਦਾ ਹੋਵੇ। ਫਿਰ ਇਹਦਾ ਨਾਮ ਬਦਲ ਕੇ ਫਿਰ ਉਹ ਆਰਪੀਆਈ ਰੱਖਦੇ ਆ। ਆਰਪੀਆਈ ਰੱਖਦੇ ਔਰ ਆਰਪੀਆਈ ਜਿਹੜੀ ਆ ਰਿਪਬਲਿਕਨ ਪਾਰਟੀ ਆਫ ਇੰਡੀਆ, ਜਿਹਦਾ ਪੂਰਾ ਨਾਮ ਆਰਪੀਆਈ ਰਿਪਬਲਿਕਨ, ਕਿਉਂਕਿ ਭਾਰਤ ਇੱਕ ਗਣਤੰਤਰ ਬਣ ਗਿਆ ਸੀਗਾ ਤੇ ਉਸ ਨਾਂ ਦੇ ਉੱਤੇ ਆਰਪੀ ਰੱਖਦੇ ਔਰ ਇਹਦੇ ਵਿੱਚ ਸਾਰੇ ਵਰਗਾਂ ਨੂੰ ਫਿਰ ਸੱਦਾ ਦਿੰਦੇ ਵੀ ਇਸ ਪਾਰਟੀ। ਔਰ ਨਾਲ ਦੀ ਨਾਲ ਜਿਹੜੀ ਦੇਖੋ ਅੱਜ ਜਿਹੜੀ ਆ ਚੱਲਦੀ ਪਈ ਆ ਬਾਬਾ ਸਾਹਿਬ ਅੰਬੇਡਕਰ, ਉਸ ਸਮੇਂ ਵੀ ਜਿਹੜੀਆਂ ਜਿਹਦੀ ਵਿਚਾਰਧਾਰਾ ਰਲਦੀ ਸੀਗੀ ਇਸ ਪਾਰਟੀ ਨੇ ਉਹਦੇ ਨਾਲ ਗੱਠਜੋੜ ਕਰਨ ਦੇ ਲਈ ਉਪਰਾਲੇ ਕਰ ਰਹੇ ਸੀਗੇ। ਉਸ ਸਮੇਂ 'ਚ ਬਦਨ ਸਾਹਿਬ ਤੁਹਾਨੂੰ ਪਤਾ ਹੋਣਾ ਵੀ ਜਿਹੜੀ ਆ ਰਾਮ ਮਨੋਹਰ ਲੋਹੀਆਂ ਦੀ ਜਿਹੜੀ ਸੀਗੀ ਉਹ ਸੀਗੀ ਇੱਕ ਸੋਸ਼ਲਿਸਟ ਪਾਰਟੀ, ਸਮਾਜਵਾਦ ਪਾਰਟੀ ਜਿਹੜੀ ਹੈ ਯੂਪੀ ਦੇ ਵਿੱਚ ਜਿਹਦਾ ਜ਼ਿਆਦਾ ਸੀ। ਔਰ ਉਹਦੇ ਨਾਲ ਵੀ ਗੱਠਜੋੜ ਦੀ ਜਿਹੜੀ ਇਹਨਾਂ ਨੇ ਗੱਲ ਚਲਾਈ। ਔਰ 30 ਸਤੰਬਰ 1956 ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਆਰਪੀਆਈ ਦਾ ਖਰੜਾ ਤਿਆਰ ਕਰਦੇ ਆ, 30 ਜਿਹੜੀ ਆ ਸਤੰਬਰ 1956 ਨੂੰ। ਔਰ ਇਸ ਪੀਰੀਅਡ ਤੋਂ ਬਾਅਦ ਫਿਰ ਬਾਬਾ ਸਾਹਿਬ ਡਾਕਟਰ ਅੰਬੇਡਕਰ, ਤੁਹਾਨੂੰ ਪਤਾ ਵੀ 14 ਅਕਤੂਬਰ ਨੂੰ ਧੰਮ ਦੀਕਸ਼ਾ ਵੀ ਲੈਂਦੇ ਆ, ਆਪਣੇ 9 ਅਕਤੂਬਰ 1956 ਨੂੰ। 1 ਸਤੰਬਰ ਤੋਂ ਬਾਅਦ ਫਿਰ 14 ਜਿਹੜੀ ਆਪਣੇ ਇਹ 6 ਦਸੰਬਰ 1956 ਨੂੰ ਇਸ ਦੁਨੀਆ ਤੋਂ ਵੀ ਚਲੇ ਜਾਂਦੇ ਆ। ਔਰ ਖਰੜਾ ਤਿਆਰ ਕਰਦੇ ਆਰਪੀਆਈ ਦਾ ਇੱਕ ਜਿਹੜਾ ਸੰਵਿਧਾਨ ਬਣਾ ਕੇ ਦੇ ਜਾਂਦੇ ਆ ਜਿਹੜੇ 30 ਸਤੰਬਰ 1956 ਨੂੰ। ਔਰ ਜਿਹੜੀਆਂ 57 ਦੀਆਂ ਚੋਣਾਂ ਹੋਈਆਂ ਭਾਰਤ 'ਚ ਉਹ ਆਰਪੀਆਈ ਦੇ ਮਾਧਿਅਮ ਤੋਂ ਹੋਈਆਂ। ਔਰ ਆਰਪੀਆਈ ਬਹੁਤ ਵੱਡੇ ਆਰਪੀਆਈ ਨੇ ਅੰਦੋਲਨ ਕੀਤੇ ਔਰ ਬਹੁਤ ਕੰਮ ਕੀਤੇ, ਇਹ 'ਚ ਕੋਈ ਸ਼ੱਕ ਨਹੀਂ। ਆਰਪੀਆਈ ਮਤਲਬ ਮਹਾਰਾਸ਼ਟਰ ਤੋਂ ਬਾਹਰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਕੇਰਲਾ, ਤਾਮਿਲਨਾਡੂ ਤੱਕ ਮਤਲਬ ਦੀਆਂ ਬ੍ਰਾਂਚਾਂ ਫੈਲ ਗਈਆਂ ਸੀ। ਔਰ ਸਭ ਤੋਂ ਵੱਧ ਜਿਹੜਾ ਇਹਨਾਂ ਦਾ ਯੂਪੀ ਦੇ ਵਿੱਚ, ਮਹਾਰਾਸ਼ਟਰ ਔਰ ਪੰਜਾਬ ਦੇ ਵਿੱਚ ਵੀ ਅੰਦੋਲਨ ਬਹੁਤ ਵੱਡੇ ਪੱਧਰ ਤੇ ਰਿਹਾ। ਉਸ ਸਮੇਂ ਇਹਨਾਂ ਨੇ ਬਹੁਤ ਸਾਰੀਆਂ ਗ੍ਰਿਫਤਾਰੀਆਂ ਵੀ ਦਿੱਤੀਆਂ, ਲੋਕਾਂ ਨੂੰ ਨਿਆਂ ਦਿਵਾਉਣ ਦੇ ਲਈ ਲੱਖਾਂ ਦੀ ਗਿਣਤੀ ਜੇਲ੍ਹਾਂ ਵੀ ਭਰੀਆਂ। ਔਰ ਜਿਹਦਾ ਆਪਾਂ ਜ਼ਿਕਰ ਕਰਦੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਲਾਹੌਰੀ ਰਾਮ ਬਾਲੀ ਜੀ, ਬਹੁਤ ਲੰਬਾ ਸਮਾਂ ਜਿਹਨਾਂ ਨੇ ਆਰਪੀਆਈ 'ਚ ਕੰਮ ਕੀਤਾ। ਸੋ ਅਸੀਂ ਅੱਜ ਉਹਨਾਂ ਨੂੰ ਕੋਟਨ ਨਮਨ ਕਰਦੇ ਔਰ ਯਾਦ ਕਰਦੇ। ਬਹੁਤ ਸਾਰੇ ਦਰਸ਼ਕ ਵੀ ਜਿਹੜੀ ਆ ਇਹ ਫੋਨ ਕਾਲ ਆ ਰਹੀ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ। ਔਰ ਆਰਪੀਆਈ ਦੇ ਮਾਧਿਅਮ ਤੋਂ ਇਹਨਾਂ ਨੇ ਬੜਾ ਲੰਬਾ ਸਮਾਂ ਕੰਮ ਕੀਤਾ ਔਰ ਕਈ ਇਲੈਕਸ਼ਨਾਂ ਵੀ ਲੜੀਆਂ। ਆਰਪੀਆਈ ਨੇ ਉਸ ਸਮੇਂ 'ਚ 10 ਆਪਣੇ MP ਵੀ ਜਿਤਾਏ ਸੀਗੇ
ਤੇ ਆਰਪੀਆਈ ਫਿਰ 1962 ਤੱਕ 57 ਤੋਂ 62 ਦੇ ਵਿੱਚ ਫਿਰ 62 ਤੱਕ ਥੋੜੀ ਇਹ 2-3 ਗਰੁੱਪਾਂ 'ਚ ਵੰਡੀ ਗਈ ਤੇ ਆਰਪੀਆਈ ਦਾ ਹੌਲੀ ਹੌਲੀ ਪਤਨ ਹੁੰਦਾ ਗਿਆ। ਬਹੁਤ ਸਾਰੀਆਂ ਆਰਪੀਆਈ ਦੀਆਂ ਜਿਹੜੀਆਂ ਲੀਡਰਸ ਨੇ ਕਾਂਗਰਸ ਨਾਲ ਸਮਝੌਤਾ ਕਰ ਲਿਆ ਤੇ ਕਾਂਗਰਸ ਨਾਲ ਸਮਝੌਤਾ ਕਰਕੇ 2-3 ਗਰੁੱਪ ਬਣ ਗਏ ਔਰ ਇੱਥੋਂ ਤੱਕ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਿਹੜਾ ਜਸਵੰਤ ਰਾਏ ਪੁੱਤਰ ਆ, ਜਿਹਨੂੰ ਆਪਾਂ ਬਾਲਾ ਸਾਹਿਬ ਦੇ ਨਾਂ ਨਾਲ ਯਾਦ ਕਰਦੇ ਆ, ਇਹ ਬਾਲਾ ਸਾਹਿਬ ਜਿਹੜੇ ਬਾਬਾ ਸਾਹਿਬ ਅੰਬੇਡਕਰ ਦੇ ਪੁੱਤਰ ਸੀਗੇ, ਇਹਨਾਂ ਨੂੰ ਬਾਲਾ ਸਾਹਿਬ ਕਹਿੰਦੇ ਆ, ਜਸਵੰਤ ਰਾਏ ਨੂੰ। ਇਹਨਾਂ ਨੇ ਵੀ ਆਪਣੀ ਜਿਹੜੀ ਆ ਵੱਖਰੀ ਪਾਰਟੀ ਬਣਾ ਲਈ ਤੇ ਫਿਰ ਇਦੋਂ ਬਾਅਦ ਇਹਨਾਂ ਦੇ ਜਿਹੜੇ ਪੁੱਤਰ ਹੋਏ ਪ੍ਰਕਾਸ਼ ਅੰਬੇਡਕਰ। ਹਾਂਜੀ ਹਾਂਜੀ, ਪ੍ਰਕਾਸ਼ ਅੰਬੇਡਕਰ ਬਾਬਾ ਸਾਹਿਬ ਦੇ ਜਿਹੜੇ ਆਪਾਂ ਪੋਤੇ ਕਹਿ ਸਕਦੇ ਹਾਂ। ਹਾਂਜੀ ਹਾਂਜੀ, ਤੇ ਉਹਨਾਂ ਨੇ ਵੀ ਆਪਣੀ ਬਹੁਜਨ ਅੰਗਾੜੀ ਪਾਰਟੀ ਮਹਾਰਾਸ਼ਟਰ 'ਚ ਬਣਾ ਲਈ, ਉਹਨਾਂ ਨੇ ਵੀ ਆਪਣੀ ਵੱਖਰੀ ਪਾਰਟੀ ਬਣਾ ਲਈ ਔਰ ਬਹੁਤ ਸਾਰੀਆਂ ਜਿਹੜੀਆਂ ਆਰਪੀਆਈ ਦੇ ਗੁੱਟ ਜਿਹੜੇ ਬਣ ਗਏ ਔਰ ਇਸ ਗੁੱਟਾਂ ਦੇ ਵਿੱਚ ਕੰਮ ਕਰਨ ਲਈ ਸਭ ਕਾਂਚੀ ਰਾਮ ਨੇ ਵੀ ਮਤਲਬ 65 ਤੋਂ 71 ਤੱਕ ਇਹਨਾਂ 'ਚ ਕੰਮ ਕੀਤਾ ਔਰ ਇਕੱਠਿਆਂ ਕਰਨ ਦੀ ਕੋਸ਼ਿਸ਼ ਕੀਤੀ ਆ ਬਈ ਕਿਸੇ ਨਾ ਕਿਸੇ ਤਰ੍ਹਾਂ ਇਕੱਠੇ ਹੋ ਜਾਣ ਵੀ ਇਹ ਅੰਦੋਲਨ ਪਾਰਟੀ ਵਧੀਆ ਬਾਬਾ ਸਾਹਿਬ ਦੀ ਬਣਾਈ ਹੋਈ ਆ ਤੇ ਕਾਂਗਰਸ ਦਾ ਜਿਹੜਾ ਵਿਕਲਪ ਆ ਤੇ ਆਰਪੀਆਈ ਨੂੰ ਇਕੱਠਿਆਂ ਨਹੀਂ ਕਰ ਸਕੇ। ਔਰ 1971 ਦੇ ਵਿੱਚ ਜਿਹੜੀ ਅਖੀਰਲੀ ਇੱਕ ਘਟਨਾ ਹੁੰਦੀ ਆ 1971 'ਚ ਜਦੋਂ ਸਮਝੌਤਾ ਹੁੰਦਾ ਹੈ ਇਹਨਾਂ ਦੇ ਨਾਲ, ਇੱਕ ਸੀਟ ਮਿਲਦੀ ਆ ਬਾਬਾ ਸਾਹਿਬ ਨੂੰ 1971 ਸੰਤ ਰਾਮ ਗਾਡਸ ਦੇ ਧਰਮਸ਼ਾਲਾ ਦੇ ਵਿੱਚ ਤੇ 520 ਸੀਟਾਂ ਮਿਲਦੀਆਂ ਗਾਂਧੀ ਦੀ ਕਾਂਗਰਸ ਨੂੰ। ਉੱਥੋਂ ਫਿਰ ਸਭ ਕਾਂਚੀ ਰਾਮ ਜਿਹੜੇ ਇਹ ਤੋਂ ਪਿੱਛੇ ਹਟਦੇ ਆ, ਫਿਰ ਇੱਕ ਨਵੀਂ ਮੂਵਮੈਂਟ ਦਾ ਗਠਨ ਕਰਦੇ ਔਰ ਇਸ ਪੀਰੀਅਡ 'ਚ ਬਦਲ ਸਾਹਿਬ ਤੁਹਾਨੂੰ ਪਤਾ ਵੀ ਇੱਕ ਦਲਿਤ ਪੈਂਥਰ ਵੀ ਮਤਲਬ ਇਹ ਬਣਿਆ ਸੀਗਾ ਔਰ ਉਹਨੇ ਵੀ ਬਹੁਤ ਸਾਰੇ ਅੰਦੋਲਨ ਕੀਤੇ। ਦਲਿਤ ਪੈਂਥਰ ਤੋਂ ਬਾਅਦ ਫਿਰ ਉਹਦਾ ਵੀ ਜਦੋਂ ਵੀ ਪ੍ਰਭਾਵ ਘਟ ਗਿਆ ਫਿਰ ਸਭ ਕਾਂਚੀਆਂ ਨੇ ਵਾਮ ਸੇਵ ਡੀਐਸਪੋਰ ਤੇ ਵਸਪਾ ਬਣਾਈ ਆ ਤੇ ਅੱਜ ਮਤਲਬ ਬਾਬਾ ਸਾਹਿਬ ਦੀ ਸੋਚ ਦੇ ਉੱਤੇ ਉਹ ਕੰਮ ਕਰ ਰਹੀ ਆ। ਆਪਣੇ ਜੱਖੂ ਸਾਹਿਬ ਤਕਰੀਬਨ ਆਪਣਾ ਪ੍ਰੋਗਰਾਮ ਖਤਮ ਹੋਣ ਵਾਲਾ ਹੈ, ਆਪਾਂ ਕੋਈ ਜ਼ਿਆਦਾ ਟਾਈਮ ਨਹੀਂ। ਮੈਂ ਇੱਕ ਵਾਰ ਫਿਰ ਆਪ ਜੀ ਨੂੰ ਯਾਦ ਕਰਾ ਦੇਵਾਂ ਕਿ 22 ਜੁਲਾਈ ਨੂੰ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦੀ 54ਵੀਂ ਸਥਾਪਨਾ ਦਿਵਸ ਦੀ ਵਰ੍ਹੇਗੰਢ ਹੈ। ਆਪ ਸਭ ਨੂੰ ਬੇਨਤੀ ਹੈ ਕਿ ਸੋਸ਼ਲ ਈਵਨਿੰਗ ਵਿੱਚ ਆਇਓ ਤੇ ਆਪ ਇੰਜੋਏ ਕਰਿਓ। ਆਪਦੇ ਖਾਣ ਪੀਣ ਦਾ ਡੀਜੇ ਦਾ ਵੀ ਬੰਦੋਬਸਤ ਹੈ ਤੇ ਜ਼ਰੂਰ ਆਇਓ। ਤੇ ਜੋ ਮੀਟਿੰਗ ਹੈ ਉਹ AGM ਐਨੂਅਲ ਜਨਰਲ ਮੀਟਿੰਗ ਜੋ ਹੈ ਉਹ ਕਮੇਟੀ ਦੀ ਚੋਣ ਵੀ ਹੋਵੇਗੀ, ਉਹ 23 ਤਰੀਕ ਨੂੰ ਹੋ ਰਹੀ ਹੈ। ਆਪ ਸਭ ਮੈਂਬਰਾਂ ਨੂੰ ਬੇਨਤੀ ਹੈ ਕਿ AGM ਵਿੱਚ ਆ ਕੇ ਸਾਰੇ ਜਣੇ ਭਾਗ ਲਿਓ ਤਾਂ ਜੋ ਤੁਹਾਡੇ ਆਪਣੇ ਮਨਪਸੰਦ ਨੁਮਾਇੰਦਿਆਂ ਨੂੰ ਕਮੇਟੀ ਦੀ ਵਾਗਡੋਰ ਸੰਭਾਲੀ ਜਾ ਸਕੇ। ਹਰ ਮੈਂਬਰ ਦਾ ਫਰਜ਼ ਬਣਦਾ ਹੈ ਕਿ ਮੀਟਿੰਗ ਦੇ ਵਿੱਚ ਜ਼ਰੂਰ ਆਵੇ। ਇੱਕ ਬਹੁਤ ਜ਼ਰੂਰੀ ਸੂਚਨਾ ਹੈ ਕਿ AGM ਐਨੂਅਲ ਜਨਰਲ ਮੀਟਿੰਗ ਦੇ ਵਿੱਚ ਸਿਰਫ ਔਰ ਸਿਰਫ ਉਹਨਾਂ ਮੈਂਬਰਾਂ ਦਾ ਹੀ ਸਵਾਗਤ ਹੋਵੇਗਾ ਜਿਨ੍ਹਾਂ ਮੈਂਬਰਾਂ ਨੇ ਕਮੇਟੀ ਦਾ ਚੰਦਾ ਦਿੱਤਾ ਹੈ ਤੇ ਜੋ ਅਪ ਟੂ ਡੇਟ ਹਨ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਇੱਕ ਵਾਰ ਫਿਰ ਆਪ ਜੀ ਨੂੰ ਬੇਨਤੀ ਹੈ ਕਿ ਲੋਟਸ TV ਦਾ ਸਾਥ ਦਿਓ, ਸਹਿਯੋਗ ਦਿਓ। ਕਦੀ ਵੀ ਤੁਹਾਡਾ ਪ੍ਰੋਗਰਾਮ ਕਿਸੇ ਖੁਸ਼ੀ ਦੇ ਟਾਈਮ ਤੇ ਲੋਟਸ TV ਨੂੰ ਜ਼ਰੂਰ ਯਾਦ ਕਰਿਆ ਕਰੋ। ਅਗਰ ਹੋ ਸਕਦਾ ਤਾਂ ਇੱਕ ਡਾਇਰੈਕਟ ਡੈਬਿਟ ਬੇਸ਼ੱਕ 10 ਪਾਉਂਡ ਦਾ 15 ਪਾਉਂਡ ਦਾ ਤੇ ਮਹੀਨੇ ਦਾ ਉਹ ਤੁਸੀਂ ਜ਼ਰੂਰ ਸ਼ੁਰੂ ਕਰਾਓ। ਥੈਂਕ ਯੂ ਵੈਰੀ ਮਚ। ਇਹਦੇ ਨਾਲ ਹੀ ਸਾਡਾ ਪ੍ਰੋਗਰਾਮ ਖਤਮ ਹੈ। ਮੇਰੇ ਨਾਮ ਨਮੋ ਬੁੱਧਾ, ਜੈ ਭੀਮ, ਜੈ ਪ੍ਰਬੁੱਧ ਭਾਰਤ। ਬਹੁਤ ਬਹੁਤ ਧੰਨਵਾਦ ਜੀ ਪਤਨ ਸਾਹਿਬ ਅੱਜ ਦੇ ਪ੍ਰੋਗਰਾਮ ਜਾਣਕਾਰੀ ਫਿਰ ਦਰਸ਼ਕਾਂ ਨੂੰ। ਨਮੋ ਬੁੱਧਾ, ਜੈ ਭੀਮ, ਜੈ ਭਾਰਤ। ਥੈਂਕ ਯੂ।